नंदन। गुरु अमरदास दैनित त्याऊं हृदय। श्री गुरु रामदास गुण गुरु अर्जन विघ्नन के नाशक विघ्नन के नाशक। श्री हर गोविंद सुमत पर श्री हर राय नमो कर जोरी नमो कर जोरी। श्री हर कृष्ण मनाऊं गुरु तेग बहादुर परम कृपाला परम कृपाला। श्री गुरु गोबिंद सिंह विशाला। तरो तरा पर पुन पुन सीसा पुन पुन सीसा। मंदो बार बार जगदीशा। एक ओंकार सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। दोहरा सरवर गुगा आद जे पीर। तिज तिजनी सेवे हुए पीर। तिसकी संगत सिख न बैसे। दोनों दान कहाँ फल हैसे। वाहिगुरु जी का खालसा वाहिगुरु जी की फतेह। आओ गुरु प्यारे गुरु सवारे सतगुर सतसंगी जनों, रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरणा विखे हाजरियां लवा रहे हो। आओ लड़ीवार इतिहास की कथा विचार नाल जुड़ना करिए। आपां सरवण कर रहे हाँ जदों ਸਿੰਘਾਂ ਦੇ ਬੇਨਤੀ ਕਰਨ ਤੇ ਸਤਿਗੁਰਾਂ ਨੇ ਕਲਯੁਗ ਦਾ ਵਰਤਾਰਾ ਦੱਸਿਆ, ਆਉਣ ਵਾਲੇ ਸਮੇਂ ਦੇ ਬਾਰੇ ਦੱਸਣਾ ਕੀਤਾ, ਨਾਲ ਇਹ ਵੀ ਦੱਸਣਾ ਕੀਤਾ ਕਿ ਮੇਰਾ ਜਿਹੜਾ ਸਿੰਘ ਹੈ, ਜਿਹੜਾ ਮੇਰਾ ਸਿੱਖ ਹੈ, ਉਹ ਇਹਨਾਂ ਚੀਜ਼ਾਂ ਨੂੰ ਨਾ ਕਰੇ ਤੇ ਇੱਦਾਂ ਚੱਲੇ। ਭਾਵ ਜਿਹਨੂੰ ਅਸੀਂ ਰਹਿਤਾਂ ਕੁਰਹਿਤਾਂ ਦੱਸਦੇ ਹਾਂ ਉਹ ਦੱਸਣੀਆਂ ਕੀਤੀਆਂ ਸਤਿਗੁਰਾਂ ਨੇ। ਕੱਲ ਸਰਵਣ ਕਰ ਰਹੇ ਸੀ ਕਿ ਸਤਿਗੁਰੂ ਜੀ ਕਹਿੰਦੇ ਮੇਰਾ ਸਿੱਖ ਹੋ ਕੇ ਜਿਹੜਾ ਸਰਵਰੀਏ ਨੂੰ ਪੂਜਦਾ ਹੈ, ਮੁਸਲਮਾਨੀ ਮੱਤ ਹੈ, ਗੁੱਗੇ ਨੂੰ ਪੂਜਦਾ ਹੈ, ਉਹ ਮੇਰਾ ਸਿੱਖ ਨਹੀਂ ਹੈ। ਔਰ ਬ੍ਰਾਹਮਣ ਹੋ ਕੇ ਸਿੱਖ ਹੋ ਕੇ ਜਿਹੜਾ ਇਹਨਾਂ ਨੂੰ ਪੂਜਦਾ ਹੈ ਉਹ ਤੇ ਬੜੀ ਭੀੜ ਪੈਂਦੀ ਹੈ, ਭਾਵ ਬੜਾ ਦੁੱਖਾਂ ਦੇ ਵਿੱਚ ਫਸ ਜਾਂਦਾ ਹੈ। ਔਰ ਅੱਗੇ ਪਾਤਸ਼ਾਹ ਜੀ ਹੋਰ ਕੀ ਕੁਝ ਬਖਸ਼ਿਸ਼ ਕਰਦੇ ਹਨ, ਇਹ ਵਿਚਾਰਾਂ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਰਵਰ ਗੁਗਾ ਆਦਿ ਜੇ ਪੀਰ। ਤਿਜ ਤਿਜਨੀ ਸੇਵੇ ਹੋਏ ਪੀਰ। ਔਰ ਜਿਹੜਾ ਸਰਵਰੀਆਂ ਨੂੰ ਗੁੱਗੇ ਆਦਿ ਦੀ ਪੂਜਾ ਕਰੇਗਾ, ਪੀਰਾਂ ਨੂੰ ਪੂਜੇਗਾ, ਮੁਸਲਮਾਨੀ ਪੀਰਾਂ ਨੂੰ, ਤੇ ਸਿੰਘਾਂ ਦੇ ਵੀ ਪੀਰ ਹੈਗੇ ਨਾ, ਅਸੀਂ ਉਹਨਾਂ ਨੂੰ ਕਿਉਂ ਨਾ ਪੂਜੀਏ? ਉਹ ਕਿਹੜੇ ਪੀਰ ਹੈ ਭਲਾ? ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਤੇ ਮੁਸਲਮਾਨ ਪੀਰਾਂ ਤੋਂ ਕੀ ਕਰਾਉਂਦੇ ਸੀ ਭਲਾ? ਕੰਮ ਕਰਾਉਂਦੇ ਸੀਗੇ। ਤੇ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰਾ ਸਿੰਘ ਸਰਬ ਕਲਾ ਸਮਰੱਥ ਹੈ, ਪਰ ਜੇ ਇਸ ਦੇ ਹੱਥ ਵਿੱਚ ਸ਼ਸਤਰ ਆ ਜਾਵੇ ਤੇ ਇੱਕ ਸਿੰਘ ਵੀ ਲੱਖਾਂ ਦਾ ਮੁਕਾਬਲਾ ਕਰ ਸਕਦਾ। ਤਾਂ ਤੇ ਪੀਰਾਂ ਤੋਂ ਵੀ ਤਕੜਾ ਕਰਤਾ ਇਸ ਨੂੰ, ਕੋਈ ਸਤਨਾਮ ਸੀ। ਇਸ ਕਰਕੇ ਸਾਡੇ ਪੀਰ ਸ਼ਸਤਰ ਹਨ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਤੇ ਸਾਡੇ ਕੋਲ ਸ਼ਸਤਰ ਹੋਣਾ ਵੀ ਬੜਾ ਜ਼ਰੂਰੀ ਹੈ। ਇਸ ਕਰਕੇ ਜਿਹੜਾ ਸਿੱਖ ਹੋ ਕੇ ਸਿੰਘ ਹੋ ਕੇ ਪੀਰਾਂ ਸਰਵਰੀਆਂ ਗੁੱਗੇ ਆਦਿ ਨੂੰ ਪੂਜੇਗਾ ਜਾਂ ਕਰਮਕਾਂਡੀ ਬ੍ਰਾਹਮਣਾਂ ਨੂੰ
ਆਪਣੀ ਮਾਇਆ ਦਾਨ ਰੂਪ ਵਿੱਚ ਦੇਵੇਗਾ ਉਹ ਨਿਫਲ ਜਾਵੇਗਾ। इसकी संगत सिख न बैसे दोनों दान कहाँ फल हसे। ਤਾਂ ਇਹਨਾਂ ਨੂੰ ਤਾਂ ਦਾਨ ਦਿੱਤਾ ਵੀ ਨਿਫਲ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਦੀ ਸੰਗਤ ਵੀ ਨਹੀਂ ਕਰਨੀ ਮੇਰੇ ਸਿੱਖਾਂ ਨੇ। गुर गुर सिख दी निंदा करੈ तिस तिज को दे सो दुख भरै। ਉਹ ਬ੍ਰਾਹਮਣ ਜਿਹੜਾ ਗੁਰੂ ਅਤੇ ਗੁਰਸਿੱਖਾਂ ਦੀ ਨਿੰਦਿਆ ਕਰਦਾ ਹੈ ਉਸ ਬ੍ਰਾਹਮਣ ਨੂੰ ਮਾਇਆ ਦੇਣੀ, ਦਾਨ ਦੇ ਰੂਪ ਦੇ ਵਿੱਚ ਦਕਸ਼ਨਾ ਦੇਣੀ, ਉਹ ਵੀ ਦੁਖੀ ਹੋਵੇਗਾ ਜਿਹੜਾ ਗੁਰੂ ਦੇ ਐਂਟੀ ਚੱਲਦਾ ਹੈ। ਲਗਭਗ ਕੱਲ ਆਪਾਂ ਗੱਲ ਕੀਤੀ ਸੀ ਕਿ ਬਾਬੇ ਨਾਨਕ ਤੋਂ ਹੀ ਇਹ ਬ੍ਰਾਹਮਣ ਐਂਟੀ ਹੋ ਗਿਆ ਸੀ। ਕੋ ਸਤਨਾਮ। ਜਦੋਂ ਉਹਨਾਂ ਨੇ ਜਨੇਊ ਤੋਂ ਜਵਾਬ ਦੇ ਦਿੱਤਾ ਉੱਥੋਂ ਐਂਟੀ ਹੋ ਗਿਆ। ਜਦੋਂ ਉਹਨਾਂ ਨੇ ਬਟਾਲਾ ਸਾਹਿਬ ਸ਼ਾਦੀ ਹੋਈ ਤਾਂ ਜਿਹੜੀਆਂ ਪ੍ਰਕਰਮਾਂ ਕੀਤੀਆਂ ਉਹਨਾਂ ਨੇ ਅੱਗ ਦੀਆਂ ਨਹੀਂ ਕੀਤੀਆਂ। ਚੌਂਕੀ ਸੁੰਦਰ ਰਖਾ ਕਰਕੇ ਉਹਦੇ ਉੱਪਰ ਸ਼ਬਦ ਰੱਖ ਕਰਕੇ ਇੱਕ ਓੰਕਾਰ ਜੋ ਸਭ ਤੋਂ ਪਹਿਲਾਂ ਉਚਾਰਿਆ ਕਰਦੇ ਸਨ ਉਹ ਸ਼ਬਦ ਨੂੰ ਰੱਖ ਕਰਕੇ ਸ਼ਬਦ ਦੀ ਪ੍ਰਕਰਮਾ ਕਰਕੇ ਆਪਣੀ ਸ਼ਾਦੀ ਕਰਵਾਈ ਸੀ। ਉੱਥੋਂ ਵੀ ਬ੍ਰਾਹਮਣ ਐਂਟੀ ਹੋ ਗਿਆ ਬਈ ਇਹ ਤਾਂ ਕੋਈ ਨਵਾਂ ਹੀ ਕੰਮ ਕਰੂਗਾ। ਕੋ ਸਤਨਾਮ। ਇਹ ਤਾਂ ਸਾਡਾ ਅੱਜ ਤੱਕ ਕਿਸੇ ਨੇ ਗੱਲ ਕੱਟੀ ਨਹੀਂ ਸੀਗੀ। ਇਹ ਸਾਰੇ ਕੰਮ ਅਸੀਂ ਕਰਦੇ, ਸਾਡੇ ਹੱਥ ਵਿੱਚ ਸਨ। ਬ੍ਰਾਹਮਣਾਂ ਨੇ ਪੜ੍ਹਾਈ ਦਾ ਕੰਮ ਆਪਦੇ ਹੱਥ ਵਿੱਚ ਰੱਖਿਆ ਸੀ ਵੀ ਅਸੀਂ ਜੋ ਪੜ੍ਹਾਵਾਂਗੇ ਲੋਕ ਉਹੀ ਪੜ੍ਹਨਗੇ। ਆਮ ਜਨਤਾ ਨੂੰ ਵੇਦਾਂ ਦੇ ਨੇੜੇ ਨਹੀਂ ਸੀ ਜਾਣ ਦਿੱਤਾ ਜਾਂਦਾ, ਗ੍ਰੰਥਾਂ ਦੇ। ਇਸ ਕਰਕੇ ਕਿ ਜਿਵੇਂ ਅਸੀਂ ਚਾਹੀਏ ਦੁਨੀਆ ਨੂੰ ਉਵੇਂ ਚਲਾਈਏ। ਇਹ ਤਾਂ ਕਹਿੰਦੇ ਹਨ ਕਿ ਜਿਹੜੀ ਪੱਤਰੀ ਹੈ ਇਹ ਸਾਡਾ ਬੈਲ ਹੈ, ਅਸੀਂ ਇਸ ਪੱਤਰੀ ਦੇ ਰਾਹੀਂ ਹੀ ਕਮਾਈ ਕਰਦੇ ਹਾਂ। ਜ਼ਿਮੀਂਦਾਰ ਕੋਲੇ ਬੈਲ ਹੁੰਦਾ ਹੈ ਉਹ ਤਾਂ ਖੇਤੀਬਾੜੀ ਕਰਦਾ ਬਲਦ ਨਾਲ, ਤੇ ਬ੍ਰਾਹਮਣ ਪੱਤਰੀ ਨੂੰ ਹੀ ਆਪਣਾ ਬਲਦ ਬਣਾ ਕੇ ਕਮਾਈ ਕਰਦਾ। ਕੋ ਸਤਨਾਮ। ਔਰ ਪੱਤਰੀ ਦੇ ਵਿੱਚ ਲਿਖੇ ਹੋਏ ਜੰਤਰਾਂ ਮੰਤਰਾਂ ਕਰਮ ਕਾਂਡਾਂ ਨੂੰ ਉਹਨੇ ਛਾਂਟਾ ਡੰਡਾ ਬਣਾਇਆ ਹੋਇਆ। ਗੁਰੂ ਪਿਆਰਿਓ, ਕਿਸੇ ਨੂੰ ਅਸੀਂ ਕਹਿ ਦਈਏ ਬਈ ਤੂੰ ਇਸ ਤਰ੍ਹਾਂ ਕਰਨਾ ਹੈ, ਇੰਨੇ ਵਜੇ ਆਨੰਦ ਕਾਰਜ ਹੋਣੇ ਹੈ, ਸਦੇਹਾ ਆਇਓ 12 ਵਜੇ ਤੋਂ ਪਹਿਲਾਂ ਪਹਿਲਾਂ ਜਮਾ ਨਹੀਂ ਆਉਂਦੇ। ਤੇ ਜੇ ਬ੍ਰਾਹਮਣ ਨੇ ਕਹਿਤਾ ਨਾ ਬਈ ਤੁਹਾਡੇ ਆਨੰਦ ਕਾਰਜਾਂ ਦਾ ਲਾਵਾਂ ਦਾ ਮੁਹੂਰਤ ਜਿਹੜਾ ਹੈ 8 ਵਜੇ ਤੋਂ ਲੈ ਕੇ 8:30 ਵਜੇ ਦੇ ਵਿੱਚ ਵਿੱਚ ਆ, ਉਦੋਂ ਲੇਟ ਨਹੀਂ ਜਾਣਾ। ਤੇ ਪੈਰ ਵੀ ਤਪਾ ਦੇਣਗੇ ਆ ਕੇ ਬਾਬੇ ਕੋਲੇ, ਛੇਤੀ ਕਰ ਬਾਬਾ 8 ਤੋਂ 8:30 ਦੇ ਵਿੱਚ ਵਿੱਚ ਲਾਵਾਂ ਪੜ੍ਹਨੀਆਂ। ਕੋ ਸਤਨਾਮ। ਭਾਵ ਉਹਨਾਂ ਨੇ ਛਾਂਟਾ ਹੀ ਐਸਾ ਰੱਖਿਆ ਹੋਇਆ ਆਪਣੇ ਜੰਤਰਾਂ ਮੰਤਰਾਂ ਦਾ ਲੋਕਾਂ ਤੇ ਬਈ ਲੋਕ ਉਹਨਾਂ ਦੀ ਗੱਲ ਬੜੀ ਛੇਤੀ ਮੰਨਦੇ ਆ, ਕਿਉਂਕਿ ਗੱਲ ਬਹੁਤ ਪੁਰਾਣੀ ਹੋ ਗਈ ਹੈ। ਕੋਈ ਅੱਜ ਦੇ ਥੋੜ੍ਹਾ ਲੱਗੇ ਹੋਏ ਆ। ਲੋਕਾਂ ਦੇ ਦਿਮਾਗ ਵਿੱਚ ਕਈ ਪੀੜ੍ਹੀਆਂ ਤੋਂ ਕੁੱਟ-ਕੁੱਟ ਕੇ ਉਹਨਾਂ ਦੀਆਂ ਗੱਲਾਂ ਭਰੀਆਂ ਹੋਈਆਂ। ਸੋ ਇਸ ਕਰਕੇ ਜੇ ਸਹਿਜ ਸਭਾ ਕਿਸੇ ਨੂੰ ਸਮਝਾ ਦਈਏ ਵੀ ਗੁਰਮਤਿ ਇੱਦਾਂ ਕਹਿੰਦੀ ਆ, ਉਹ ਨਹੀਂ ਮੰਨਣਾ। ਜਦੋਂ ਉਹ ਆਪਣੇ ਜੰਤਰਾਂ ਮੰਤਰਾਂ ਜਾਂ ਪੱਤਰੀਆਂ ਦੇ ਹਿਸਾਬ ਨਾਲ ਦੱਸਦੇ ਹੈ ਤੁਹਾਡੇ ਤੇ ਫਲਾਨਾ ਗ੍ਰਹਿ ਹੈ, ਜਿਵੇਂ ਚੰਦੂ ਤੇ ਬ੍ਰਾਹਮਣ ਨੇ ਜੋਤਸ਼ੀ ਨੇ ਮਿਲ ਕੇ ਜਹਾਂਗੀਰ ਨੂੰ ਕਹਿਤਾ ਜੀ ਤੁਹਾਡੇ ਉੱਤੇ ਤਾਂ ਸਾੜ ਸਤੀ ਆ ਰਹੀ ਹੈ। ਉਹ ਵਿਚਾਰੇ ਨੇ ਕਦੇ ਸੁਣੀ ਵੀ ਨਹੀਂ ਸੀ। ਕਹਿੰਦਾ ਸਾੜ ਸਤੀ ਹੁੰਦੀ ਕੀ ਹੈ? ਕਹਿੰਦਾ ਜੀ 7.5 ਸਾਲ ਬੰਦੇ ਤੇ ਦੁੱਖਾਂ ਦਾ ਸਮਾਂ ਰਹਿੰਦਾ। ਢਿੱਲਾ ਜਿਹਾ ਮੂੰਹ ਕਰਕੇ ਜੋਤਸ਼ੀ ਕਹਿੰਦਾ ਤੇ ਜਹਾਂਗੀਰ ਵੀ ਚੱਕਰ 'ਚ ਪੈ ਗਿਆ ਉਸ ਵੇਲੇ। ਕੋ ਸਤਨਾਮ। ਅਸਲ ਚੰਦੂ ਦਾ ਬਣਾਇਆ ਹੋਈ ਚਲਾਕੀ ਸੀ ਬਈ ਕਿਸ ਤਰ੍ਹਾਂ ਮੈਂ ਹਰਗੋਬਿੰਦ ਸਾਹਿਬ ਨੂੰ ਕਿਸੇ ਤਰ੍ਹਾਂ ਕੈਦ ਕਰਾਂ, ਫਿਰ ਕੈਦ ਵਿੱਚ ਹੀ ਮਰ ਜਾਣ। ਕਿੰਨੇ ਸਿੰਘ ਸਾਡੇ ਜੇਲ੍ਹਾਂ 'ਚ ਬੈਠੇ ਹੈ ਜਿਨ੍ਹਾਂ ਦੀਆਂ ਉਮਰਾਂ ਪੂਰੀਆਂ ਹੋ ਚੁੱਕੀਆਂ ਕਾਗਜ਼ੀ ਕਾਰਵਾਈ ਦੇ ਹਿਸਾਬ ਨਾਲ, ਪਰ ਜੇਲ੍ਹਾਂ 'ਚੋਂ ਕੱਢੇ ਨਹੀਂ ਹਜੇ ਤੱਕ। ਕੋ ਸਤਨਾਮ। ਇਹੀ ਖਿਆਲ ਚੰਦੂ ਦਾ ਸੀਗਾ ਬਈ ਉਹ ਤਾਂ ਮੈਂ 6ਵੇਂ ਪਾਤਸ਼ਾਹ ਨੂੰ ਗੁਰੂ ਨੂੰ ਮਾਰ ਨਹੀਂ ਸਕਦਾ, ਪਹਿਲਾਂ ਇਹਨਾਂ ਦੇ ਪਿਤਾ ਨੂੰ ਸ਼ਹੀਦ ਕਰਤਾ, ਕਿਉਂ ਨਾ ਕਿਸੇ ਤਰ੍ਹਾਂ ਮੈਂ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦੇਵਾਂ। ਮੁੜ ਕੇ ਰਾਜੇ ਭੁੱਲ ਭੁਲਾ ਜਾਣਗੇ ਤੇ ਆਪੇ ਅੰਦਰੇ ਬੈਠੇ ਰਹਿਣਗੇ। ਕੋ ਸਤਨਾਮ। ਚੰਦੂ ਦੀ ਸਿਆਸਤ ਸੀ, ਜੋਤਸ਼ੀ ਨਾਲ ਮਿਲ ਗਿਆ। ਇਸ ਤਰ੍ਹਾਂ ਬ੍ਰਾਹਮਣ ਅਤੇ ਚੰਦੂ ਹਿੰਦੂ ਇਹ ਦੋਨਾਂ ਨੇ ਰਲ ਕੇ ਸਿਆਸਤ ਰਚੀ ਹੈ। ਇਸ ਕਰਕੇ ਜਿੰਨੇ ਵੀ ਕਰਮਕਾਂਡ ਜਿਨ੍ਹਾਂ ਤੋਂ ਪਾਤਸ਼ਾਹ ਨੇ ਸਾਨੂੰ ਰੋਕੇ, ਸਰਾਧ ਲਾ ਲਓ। ਸਰਾਧਾਂ ਵਿੱਚ ਤੁਸੀਂ ਸਰਾਧ ਕਰਦਾ ਕੋਈ ਮਨੁੱਖ ਰਾਸ਼ਨ ਕਿਸ ਤੋਂ ਖਰੀਦ ਕੇ ਲਿਆਉਂਦਾ? ਬਾਣੀਏ ਤੋਂ। ਜਿਹੜਾ ਤੁਸੀਂ ਦਿਹਾੜੀ ਕਰਕੇ ਪੈਸਾ ਵੱਟਿਆ ਉਹ ਬਾਣੀਏ ਨੂੰ ਦੇ ਜਾਂਦਾ, ਜਿਹੜਾ ਰਾਸ਼ਨ ਲਿਆਂਦਾ ਉਹ ਬ੍ਰਾਹਮਣ ਨੂੰ ਖਵਾਤਾ। ਤੁਹਾਡੇ ਪੱਲੇ ਕੀ ਪਿਆ? ਪਤਾ ਨਹੀਂ ਬੁੜਿਆਂ ਕੋਲੇ ਪਹੁੰਚਿਆ ਕਿ ਨਹੀਂ ਪਹੁੰਚਿਆ। ਕੋ ਸਤਨਾਮ। ਪਰ ਇਹਨਾਂ ਦੋਨਾਂ ਦਾ ਕੰਮ ਚੱਲ ਗਿਆ, ਬਾਣੀਏ ਦਾ ਵੀ ਚੱਲ ਗਿਆ ਤੇ ਬ੍ਰਾਹਮਣ ਦਾ ਵੀ ਚੱਲ ਗਿਆ। ਕੋ ਸਤਨਾਮ। ਆਪਾਂ ਕਮਾਈ ਕਰਕੇ ਸ਼ਰਾਧ ਬਣਾਉਂਦੇ ਰਹਿ ਗਏ, ਕਰਮਕਾਂਡਾਂ ਵਿੱਚ ਫਸੇ ਰਹਿ ਗਏ
ਤੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਬਿਲਕੁਲ ਮੇਰੇ ਸਿੱਖ ਨੇ ਇਹਨਾਂ ਕਰਮਕਾਂਡਾਂ ਵਿੱਚ ਨਹੀਂ ਜਾਣਾ ਵਾ, ਕੋਈ ਸ਼ਰਾਧ ਕਰਨ ਦੀ ਲੋੜ ਨਹੀਂ। ਬਾਬੇ ਨਾਨਕ ਨੇ ਤਾਂ ਜਦੋਂ ਉਹ ਹੋਸ਼ ਵਿੱਚ ਆਏ ਤੇ ਪਹਿਲੀ ਵਾਰ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਸ਼ਰਾਧ ਕੀਤਾ। ਬੜੇ ਸਾਰੇ ਲੋਕ ਸੱਦੇ ਗਏ, ਬ੍ਰਾਹਮਣ ਵੀ ਆਏ। ਬਾਬਾ ਨਾਨਕ ਜੀ ਘੁੰਮਦੇ ਘੁਮਾਉਂਦੇ ਕਹਿੰਦੇ ਬਾਪੂ ਅੱਜ ਕੀ ਪ੍ਰੋਗਰਾਮ ਆ ਆਪਣੇ? ਕਹਿੰਦੇ ਪੁੱਤ ਤੇਰੇ ਦਾਦੇ ਦਾ ਸ਼ਰਾਧ ਆ। ਅੱਛਾ ਤੇ ਫਿਰ ਤੈਨੂੰ ਪਤਾ ਹੈ ਵੀ ਜੇ ਆਪਾਂ ਬ੍ਰਾਹਮਣਾਂ ਨੂੰ ਖਵਾਵਾਂਗੇ, ਇਹਨਾਂ ਨੂੰ ਖਵਾਇਆ ਹੋਇਆ ਸਾਰਾ ਤੇਰੇ ਆਪਣੇ ਦਾਦੀਆਂ ਪੜਦਾਦਿਆਂ ਨੂੰ ਮਿਲ ਜਾਂਦਾ। ਬਾਬਾ ਨਾਨਕ ਕਹਿੰਦਾ ਇਹਦੇ ਵਿੱਚੋਂ ਵੀ ਬਾਪੂ ਨੂੰ ਕੱਢਣਾ ਪਹਿਲਾਂ ਤਾਂ ਬਾਪੂ ਨੂੰ ਕੱਢਾਂ, ਦੁਨੀਆ ਤਾਂ ਫੇਰ ਨਿਕਲੂਗੀ। ਕਹੋ ਸਤਿਨਾਮ। ਕਹਿੰਦੇ ਬਾਪੂ ਕਾਹਨੂੰ ਚੱਕਰਾਂ 'ਚ ਪੈਣਾ ਹੈ? ਇਹ ਸ਼ਰਾਧ ਸ਼ਰੂਰ ਐਵੇਂ ਇਹਨਾਂ ਨੇ ਪਖੰਡ ਬਣਾਇਆ ਹੋਇਆ। ਹੁਣ ਮਹਿਤਾ ਕਾਲੂ ਜੀ ਕਿੱਥੇ ਮੰਨਣ? ਆਪਣੇ ਪੁੱਤਰ ਨੂੰ ਕੇਵਲ ਪੁੱਤਰ ਸਮਝਦੇ ਸੀਗੇ। ਉਹ ਤਾਂ ਦੁਨੀਆ ਬੜਾ ਕਹਿੰਦੀ ਸੀ ਤੇਰਾ ਪੁੱਤ ਤਾਂ ਰੱਬ ਵਰਗਾ ਰੱਬ ਵਰਗਾ, ਪਰ ਨਹੀਂ ਮੰਨਦੇ ਸੀ। ਤੇ ਕਹਿੰਦੇ ਪੁੱਤਰਾ ਗੱਲ ਸੁਣ ਲੈ, ਜਾਂ ਤਾਂ ਸਾਨੂੰ ਵਿਖਾ ਕੁਛ, ਨਹੀਂ ਤਾਂ ਐਵੇਂ ਨਾ ਕਿਹਾ ਕਰ, ਸਾਨੂੰ ਕਰਨ ਦੇ ਜੋ ਕਰਦੇ ਹਾਂ ਅਸੀਂ। ਕਹੋ ਸਤਿਨਾਮ। ਕਹਿਣ ਲੱਗੇ ਆ ਜਾ ਬਾਪੂ ਫਿਰ ਦਿਖਾਈ ਦਿੰਨਾ। ਤੇ ਬਿਠਾ ਲਿਆ, ਹੱਥ ਫੜ ਕੇ ਬਾਪੂ ਦਾ ਚੌਂਕੜਾ ਲਵਾਇਆ, ਆਪਣਾ ਲਾਇਆ, ਧਿਆਨ ਜੋੜਿਆ, ਉਹਨਾਂ ਦੇ ਨੇਤਰ ਬੰਦ ਕਰਾਏ ਤੇ ਉਹਨਾਂ ਦੀ ਸੁਰਤ ਨੂੰ ਕੱਢ ਕੇ ਕਹਿੰਦੇ ਸੱਚਖੰਡ ਲੈ ਗਏ। ਜਦ ਕਹਿੰਦੇ ਇਹ ਰੂਹ ਗਈ ਸੱਚਖੰਡ ਵਿੱਚ, ਜਿੰਨੇ ਉੱਥੇ ਲੋਕ ਬੈਠੇ ਸਨ ਸਾਰੇ ਉੱਠ ਕੇ ਖੜੇ ਹੋ ਗਏ ਤੇ ਕਈ ਵਿੱਚੋਂ ਬੋਲਣ ਲੱਗੇ ਉਹ ਮਹਿਤਾ ਕਲਿਆਣ ਦਾਸ ਵੀ ਆ ਗਿਆ। ਵੱਡਾ ਨਾਮ ਪੂਰਾ ਮਹਿਤਾ ਕਲਿਆਣ ਦਾਸ ਸੀਗਾ, ਵੈਸੇ ਮਹਿਤਾ ਕਾਲੂ ਜੀ ਕਹਿ ਦਿੰਦੇ ਆ ਛੋਟੇ ਨਾਮ ਦੇ ਮੁਤਾਬਕ। ਕਲਿਆਣ ਦਾਸ ਵੀ ਆ ਗਿਆ। ਕਲਿਆਣ ਦਾਸ ਨੇ ਆਪਣੇ ਬਾਪੂ ਨੂੰ ਪਛਾਣ ਲਿਆ, ਦਾਦੇ ਨੂੰ ਪਛਾਣ ਲਿਆ। ਕਹਿੰਦੇ ਬਾਪੂ ਤੁਸੀਂ ਇੱਥੇ ਕਿਵੇਂ? ਕਹਿੰਦੇ ਪੁੱਤਰਾ ਅਸੀਂ ਤਾਂ ਉਦਣ ਦੇ ਇੱਥੇ ਆ ਗਏ ਜਿੱਦਣ ਦਾ ਤੇਰੇ ਘਰੇ ਨਾਨਕ ਨੇ ਜਨਮ ਲੈ ਲਿਆ। ਧਰਮਰਾਜ ਕਹਿੰਦਾ ਨਾਨਕ ਦੇ ਸਾਰੇ ਰਿਸ਼ਤੇਦਾਰਾਂ ਨੂੰ ਸੱਚਖੰਡ ਭੇਜ ਦਿਓ। ਕਹੋ ਸਤਿਨਾਮ। ਫਿਰ ਉਸ ਵਾਤਾਵਰਨ ਦੇ ਵਿੱਚ ਬੈਠ ਕੇ ਕਹਿੰਦੇ ਮਹਿਤਾ ਕਾਲੂ ਜੀ ਦੀ ਰੂਹ ਨੇ ਬੜਾ ਆਨੰਦ ਮਾਣਿਆ। ਇੱਧਰ 2-3 ਘੰਟੇ ਬਤੀਤ ਹੋ ਗਏ। 2-3 ਘੰਟਿਆਂ ਬਾਅਦ ਬਾਬਾ ਜੀ ਕਹਿੰਦੇ ਬਾਪੂ ਧਿਆਨ ਖੋਲ। ਧਿਆਨ ਖੋਲ੍ਹਿਆ ਤੇ ਮਾਤਲੋਕ ਦੇ ਵਿੱਚ ਸੁਰਤ ਆ ਗਈ ਸਰੀਰ ਦੇ ਵਿੱਚ। ਕਹਿਣ ਲੱਗੇ ਪੁੱਤਰਾ ਤੂੰ ਕਾਹਨੂੰ ਸੱਦ ਲਿਆ? ਮੈਂ ਤਾਂ ਉੱਥੇ ਹੀ ਠੀਕ ਸੀਗਾ। ਕਹਿੰਦੇ ਹੁਣ ਤੂੰ ਦੱਸ ਉਸ ਦਾ ਵਾਤਾਵਰਨ ਕੈਸਾ ਸੀ? ਕਹਿੰਦਾ ਬਹੁਤ ਵਧੀਆ ਸੀਗਾ। ਕਹਿੰਦੇ ਉੱਥੇ ਕੋਈ ਰੋਟੀ ਦੀ ਲੋੜ ਹੈ? ਉੱਥੇ ਕੋਈ ਰੋਟੀ ਦੀ ਲੋੜ ਨਹੀਂ। ਉੱਥੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉੱਥੇ ਤਾਂ ਨਾਮ ਜਪਣ ਵਾਲੀਆਂ ਰੂਹਾਂ ਤੇ ਨਾਮ ਦੇ ਨਾਲ ਹੀ ਰੱਜੀਆਂ ਹੋਈਆਂ। ਅੱਜ ਤੋਂ ਬਾਅਦ ਆਪਾਂ ਕੋਈ ਸ਼ਰਾਧ ਨਹੀਂ ਕਰਨਾਗਾ। ਕਬੀਰ ਸਾਹਿਬ ਜੀ ਨੇ ਵੀ ਇਸ ਵਿਸ਼ੇ ਤੇ ਕਿਹਾ ਜੀਵਤ ਪਿੱਤਰ ਨਾ ਮਾਨਿਆ ਕੋ ਮੂਏ ਸ਼ਰਾਧ ਕਰਾਹੀ, ਪਿੱਤਰ ਵੀ ਪਪਰੇ ਕਹੋ ਕਿਉਂ ਖਾਵੈ, ਕਹੋ ਕਿਉਂ ਪਾਵੈ ਕਊਆ ਕੋਕਰ ਖਾਹੀ। ਆਪਣ ਪਿੱਤਰ ਨਾ ਐਸੇ ਕਹੀਏ। ਹੁਣ ਤੁਸੀਂ ਕਹਿੰਦੇ ਹੋ ਸਾਡੇ ਬਜ਼ੁਰਗ ਕਾਂ ਬਣ ਕੇ ਕੋਠੇ ਤੇ ਪਈ ਪੂਰੀ ਖਾ ਗਏ। ਕਿੰਨੇ ਮੂਰਖ ਹੋ ਤੁਸੀਂ, ਆਪਣੇ ਦਾਦੇ ਪੜਦਾਦਿਆਂ ਨੂੰ ਕਾਂ ਬਣਾਉਣਾ ਚਾਹੁੰਦੇ ਹੋ। ਕਹੋ ਸਤਿਨਾਮ। ਕਬੀਰ ਸਾਹਿਬ ਕਹਿੰਦੇ ਆ, ਮੈਂ ਨਹੀਂ ਕਹਿੰਦਾ। ਪਿੱਤਰ ਕੀ ਬਪਰੇ ਕਿਉਂ ਕਿਉਂ ਪਾਵੈ ਕਊਆ ਕੁੱਕਰ ਖਾਹੀ। ਖਾ ਕੇ ਤਾਂ ਕਾਂ ਕੁੱਤਾ ਗਿਆ ਨਾ। ਤੁਸੀਂ ਮੰਨਦੇ ਹੋ? ਤੁਸੀਂ ਉਹਨੂੰ ਬਾਪੂ ਕਹਿ ਰਹੇ ਹੋ। ਤੇ ਕਿੰਨੀ ਬੇਇੱਜ਼ਤੀ ਆਪਣੇ ਪਿੱਤਰ ਦੀ ਬਜ਼ੁਰਗਾਂ ਦੀ ਕਰ ਰਹੇ ਆਪਾਂ। ਕਹੋ ਸਤਿਨਾਮ। ਕਬੀਰ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਵੀ ਮੇਰਾ ਬਾਪੂ ਕਾਂ ਬਣ ਕੇ ਆਊਗਾ, ਉਹ ਤਾਂ ਸੱਚਖੰਡ 'ਚ ਬੈਠਾ। ਕਹੋ ਸਤਿਨਾਮ। ਆਪਣ ਪਿੱਤਰ ਨਾ ਐਸੇ ਕਹੀ ਹੈ। ਮੈਂ ਆਪਣੇ ਪਿੱਤਰਾਂ ਨੂੰ ਐਸਾ ਨਹੀਂ ਕਹਿੰਦਾ, ਤੂੰ ਵੀ ਆਪਣੇ ਪਿੱਤਰਾਂ ਨੂੰ ਐਸਾ ਨਾ ਕਿਹਾ ਕਰੋ। ਇਹ ਸ਼ਰਾਧਾਂ ਦਾ ਇਹਨਾਂ ਦਾ ਖਿਆਲ ਛੱਡੋ। ਕਹੋ ਸਤਿਨਾਮ। ਮਨੋਬਿਰਤੀਆਂ ਉੱਥੇ ਰੱਖੀਏ। ਪ੍ਰੀਤਮ ਜੀ ਕਹਿੰਦੇ ਜਿਹੜਾ ਬ੍ਰਾਹਮਣ ਗੁਰੂ ਦੀ ਜਾਂ ਗੁਰੂ ਦੇ ਸਿੱਖਾਂ ਦੀ ਜਾਂ ਗੁਰੂ ਦੀ ਸਿੱਖੀ ਦੀ ਜਾਂ ਗੁਰੂ ਦੀ ਇਸ ਵਾਤਾਵਰਨ ਦੀ ਨਿੰਦਿਆ ਕਰਦਾ ਹੈ, ਸਿੱਖ ਕਦੇ ਵੀ ਉਹਨੂੰ ਦਾਨ ਦਕਸ਼ਨਾ ਨਾ ਦੇਵੇ, ਨਿਫਲ ਜਾਵੇਗੀ। ਗੁਰ ਸਿੱਖ ਦੀ ਨਿੰਦਾ ਕਰੈ, ਤਿਸ ਤਜ ਕੋ ਦੇ ਸੋ ਦੁਖ ਭਰੈ। ਤੇ ਜਿਹੜਾ ਉਸ ਨੂੰ ਦੇਵੇਗਾ ਉਹ ਖੁਦ ਵੀ ਦੁਖੀ ਹੋਵੇਗਾ। ਜੇ ਕੋ ਮੇਰਾ ਹੋਇ ਨਾ ਸਿੱਖ, ਤਿਸ ਬਾਮਣ ਕੋ ਦੇ ਨਾ ਭਿਖ। ਜਿਹੜਾ ਮੇਰਾ ਸਿੱਖ ਨਹੀਂ ਹੈਗਾ ਉਸ ਬ੍ਰਾਹਮਣ ਨੂੰ ਵੀ ਭਿਕਸ਼ਾ ਦੇਣੀ ਮਾੜੀ ਹੈ। ਤਿਜ ਬਿਨ ਕੇਸ ਜੋ ਬਾਹੁਲ ਧਾਰੇ, ਤਿਸ ਪਾਖੰਡੀ ਦੂਰ ਨਿਵਾਰੇ। ਜਿਹੜਾ ਬ੍ਰਾਹਮਣ ਕੇਸ ਨਹੀਂ ਰੱਖਦਾ, ਵੈਸੇ ਕੇਸ ਰੱਖਣੇ ਬੜੀ ਚੰਗੀ ਗੱਲ ਸੀ, ਰੱਖਿਆ ਕਰਦੇ ਸੀਗੇ ਪੁਰਾਣੇ ਸਮਿਆਂ ਵਿੱਚ ਰਿਸ਼ੀ ਮੁਨੀ। ਆ ਤੁਸੀਂ ਰਾਮਲੀਲਾ ਵੇਖ ਲਓ, ਜਿਹੜੇ ਰਾਮਚੰਦਰ ਲక్ష్మణ ਦੇ ਐਕਟਰ ਬਣਦੇ, ਐਕਟਿੰਗ ਕਰਦੇ ਆ, ਉਹ ਸਾਰੇ ਡੁਪਲੀਕੇਟ ਕੇਸ ਦਾੜੀਆਂ ਲਾਉਂਦੇ। ਕਿਉਂ ਲਾਉਂਦੇ ਆ? ਪਹਿਲਾਂ ਸੀਗੀਆਂ ਉਹਨਾਂ ਦੇ। ਕਹੋ ਸਤਿਨਾਮ। ਪਰ ਕਿਸੇ ਕਾਰਨ ਇਹ ਕੱਟੀਆਂ ਗਈਆਂ ਤੇ ਪਾਤਸ਼ਾਹ ਕਹਿੰਦੇ ਜਿਹੜਾ ਬ੍ਰਾਹਮਣ ਹੋ ਕੇ ਕੇਸ ਨਹੀਂ ਰੱਖਦਾ, ਪਹੁਲ ਨਹੀਂ ਲੈਂਦਾ, ਉਹ ਪਖੰਡੀ ਹੈ,
ਦੂਰ ਨਿਵਾਰੇ ਉਹਨਾਂ ਤੋਂ ਦੂਰ ਹੀ ਰਹੋ। ਤਾਰੇ ਕੀ ਸਨਿਰ ਖੰਡ ਤਜ ਕਪਟੀ ਪਾਪੀ ਕੀਤ। ਤਾਂ ਪਾਤਸ਼ਾਹ ਜੀ ਕਹਿੰਦੇ ਸੁਚ ਸੰਤੋਖ ਰਹਿਤ ਕੋ ਰਾਖਣ ਧਾਰੇ ਧਰਮ ਸ਼ਰੁਤ ਕਰੇ ਜੋ ਭਾਖਣ। ਜਿਹੜਾ ਵੇਦਾਂ ਗ੍ਰੰਥਾਂ ਨੂੰ ਪੜ੍ਹਦਾ ਹੈ ਨਾ ਉਹ ਇਸ ਰਹਿਤ ਵਹਿਤ ਵਿੱਚ ਜ਼ਰੂਰ ਆ ਜਾਵੇ। ਸੁੱਚਤਾ ਰੱਖੇ, ਭਾਵ ਥਾਂ ਕੋ ਥਾਂ ਦਾ ਨਾ ਖਾਵੇ, ਥਾਂ ਥਾਂ ਤੇ ਨਾ ਖਾਵੇ, ਸਬਰ ਸੰਤੋਖ ਰੱਖੇ, ਰਹਿਤ ਮਰਜ਼ਾਦਾ ਰੱਖੇ। ਜਿਹੜਾ ਆਪਣੇ ਧਰਮ ਨੂੰ ਧਾਰਨ ਕਰਨਾ ਚਾਹੁੰਦਾ ਭਾਈ, ਜਿਹੜਾ ਬਾਣੀ ਨੂੰ ਭਾਖਦਾ ਹੈ। ਤਾਂ ਮੈਂ ਅਕਸਰ ਸਾਂਝੀ ਗੱਲ ਸੁਣਾਵਾਂ, ਜਿਵੇਂ ਕਈ ਵਾਰੀ ਇਹ ਗੱਲ ਚੱਲ ਪੈਂਦੀ ਆ ਵੀ ਹਰਿਮੰਦਰ ਸਾਹਿਬ ਦੇ ਵਿੱਚ ਸਿੱਖਾਂ ਤੋਂ ਬਗੈਰ ਜਾਂ ਅੰਮ੍ਰਿਤਧਾਰੀ ਤੋਂ ਬਗੈਰ ਕੀਰਤਨ ਕਰਨ ਦਾ ਕਿਉਂ ਨਹੀਂ ਹੁਕਮ। ਤਾਂ ਪਹਿਲਾਂ ਕੀਰਤਨ ਕਰਦੇ ਸੀਗੇ ਭਾਈ ਮਰਦਾਨੇ ਤੋਂ ਬਾਅਦ ਉਹਦੀ ਵੰਸ਼ ਦੇ ਲੋਕ ਕੀਰਤਨ ਕਰਦੇ ਰਹੇ। ਜਿਵੇਂ ਪੰਜਵੇਂ ਪਾਤਸ਼ਾਹ ਨਾਲ ਸੱਤਾ ਬਲਵੰਡਾ ਵੀ ਉਹਨਾਂ ਵਿੱਚੋਂ ਸੀਗੇ। ਪਰ ਅੱਗੇ ਚੱਲ ਕੇ ਕੀ ਹੋਇਆ, ਜਦੋਂ ਮਹੰਤਾਂ ਦੇ ਕਬਜ਼ਿਆਂ ਹੇਠ ਗੁਰਦੁਆਰੇ ਆ ਗਏ ਤੇ ਜਿਹੜੇ ਮੁਸਲਮਾਨ ਕੀਰਤਨ ਕਰਨ ਵਾਲੇ ਸਨ ਉਹ ਬਾਹਰ ਪਾਰਟੀਆਂ ਵਿੱਚ ਵੀ ਜਾ ਕੇ ਗਾਉਣ ਲੱਗੇ, ਜਿਨ੍ਹਾਂ ਨੂੰ ਅਸੀਂ ਪੱਬ ਆਦਿ ਕਹਿੰਦੇ ਆ, ਜਿੱਥੇ ਲੋਕ ਐਸ਼ੋ ਇਸ਼ਰਤ ਕਰਦੇ ਆ, ਸ਼ਰਾਬਾਂ ਚੱਲਦੀਆਂ, ਮਾਸ ਚੱਲਦੇ ਆ, ਉਹ ਲੋਕ ਉੱਥੇ ਜਾ ਕੇ ਵੀ ਗਾਉਣ ਲੱਗੇ, ਮਾਸ ਸ਼ਰਾਬ ਵੀ ਪੀਣ ਲੱਗੇ। ਤੇ ਜਦੋਂ ਫਿਰ 1900 ਤੋਂ ਬਾਅਦ ਸ਼੍ਰੋਮਣੀ ਕਮੇਟੀ ਇੱਕ ਸੰਸਥਾ ਤਿਆਰ ਹੋ ਗਈ ਤੇ ਮਹੰਤਾਂ ਦੇ ਕਬਜ਼ੇ 'ਚੋਂ ਗੁਰਦੁਆਰੇ ਛਡਵਾਏ ਗਏ। ਫਿਰ ਰਹਿਤ ਮਰਜ਼ਾਦਾ ਲਿਖਣੀ ਸ਼ੁਰੂ ਕੀਤੀ। ਇਸ ਰਹਿਤ ਮਰਜ਼ਾਦਾ ਦੀ ਛੋਟੀ ਜਿਹੀ ਪੋਥੀ ਜੋ ਅੰਮ੍ਰਿਤ ਛਕਣ ਵਾਲੇ ਦਿਨ ਵੰਡੀ ਜਾਂਦੀ ਹੈ ਸਭ ਨੂੰ, ਉਸ ਨੂੰ ਲਿਖਣ ਤੇ ਕਈ ਸਾਲ ਲੱਗੇ ਆ, 2-4 ਦਿਨਾਂ ਵਿੱਚ ਨਹੀਂ ਲਿਖੀ ਗਈ ਉਹ। ਕੋ ਸਤਨਾਮ ਜਿਹੜੀਆਂ ਗੱਲਾਂ ਜ਼ਰੂਰੀ ਸਨ ਐਡ ਕਰਨ ਵਾਸਤੇ ਉਹਦੇ ਵਿੱਚ ਲਿਖੀਆਂ ਗਈਆਂ। ਤੇ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਰਹਿਤਵਾਨ ਸਿੱਖ ਤੋਂ ਬਗੈਰ ਕੋਈ ਹਰਿਮੰਦਰ ਸਾਹਿਬ 'ਚ ਕੀਰਤਨ ਨਹੀਂ ਕਰੇਗਾ। ਹੁਣ ਕੋ ਸਤਨਾਮ। ਜਿਹੜਾ ਰਹਿਤਵਾਨ ਹੋਵੇਗਾ, ਕੇਸਾ ਧਾਰੀ ਹੋਵੇਗਾ, ਸਾਬਤ ਸੂਰਤ ਹੋਵੇਗਾ, ਸ਼ਰਾਬ ਮਾਸ ਆਦਿ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਿਆ ਹੋਵੇਗਾ, ਪੱਬਾਂ ਆਦਿ ਵਿੱਚ ਨਹੀਂ ਗਾਉਣ ਵਾਸਤੇ ਜਾਵੇਗਾ, ਜਿਹੜਾ ਗੀਤ ਆਦਿ ਲੱਚਰ ਨਹੀਂ ਗਾਵੇਗਾ, ਉਹਨਾਂ ਨੂੰ ਹੀ ਇੱਥੇ ਕੀਰਤਨ ਕਰਨ ਦੀ ਆਗਿਆ ਹੋਵੇਗੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹ ਲੋਕ ਜਿਹੜੇ ਇੱਧਰ ਤੜਕੇ ਆਸਾ ਦੀ ਵਾਰ ਲਾਉਂਦੇ ਤੇ ਆਥਣੇ ਪਾਵਾਂ ਵਿੱਚ ਜਾ ਕੇ ਸ਼ਰਾਬਾਂ ਪੀਂਦੇ ਸਨ, ਉਹਨਾਂ ਨੂੰ ਫਿਰ ਬੰਦ ਕੀਤਾ ਗਿਆ। ਕੋ ਸਤਨਾਮ। ਇਹ ਕਾਰਨ ਸੀਗਾ ਹਰਿਮੰਦਰ ਸਾਹਿਬ ਦੇ ਵਿੱਚੋਂ ਆਮ ਉਹਨਾਂ ਲੋਕਾਂ ਦਾ ਕੀਰਤਨ ਬੰਦ ਕਰਨਾ ਜਿਨ੍ਹਾਂ ਨੇ ਉਸ ਵੇਲੇ ਗਾਣੇ ਵੀ ਰਿਕਾਰਡਿੰਗ ਕਰਵਾਏ, ਲੱਚਰ ਗੀਤ ਵੀ ਰਿਕਾਰਡਿੰਗ ਕਰਵਾਏ, ਬਾਹਰ ਜਾ ਕੇ ਆਪਣੇ ਬਾਜੀਆਂ ਨਾਲ ਆਪਣੇ ਆਪ ਨੂੰ ਕਲਾਕਾਰ ਸਮਝਣ ਲੱਗ ਪਏ ਸਨ। ਭਲੋ ਦੇ ਕੀਰਤਨੀਆਂ, ਬਾਬਾ ਜੀ ਕੀਰਤਨ ਕਿੰਨੀ ਵਡਿਆਈ ਦਿੰਦੇ ਹੈ ਕਿ ਬੜਾ ਉੱਤਮ ਹੈ ਗੁਰੂ ਕਾ ਕੀਰਤਨੀਆਂ। ਪਰ ਜਦੋਂ ਉੱਥੇ ਜਾ ਕੇ ਗਾਉਂਦਾ ਹੈ ਤੇ ਫਿਰ ਇਹ ਜਮਾਂ ਹੀ ਖਿੱਚ ਪੈ ਜਾਂਦਾ ਹੈ। ਦੇਖੋ ਨਾ, ਕਈ ਵਾਰੀ ਰੌਲਾ ਪੈ ਜਾਂਦਾ ਬਾਹਰਲੇ ਦੇਸ਼ਾਂ ਤੋਂ, ਉਹ ਫਲਾਨਾ ਰਾਗੀ ਪੱਬ ਦੇ ਵਿੱਚ ਬੈਠਾ ਮਾਸ ਖਾਂਦਾ ਫੜਿਆ ਗਿਆ। ਕੋ ਸਤਨਾਮ। ਫਿਰ ਰੌਲਾ ਕਿੰਨਾ ਪੈ ਜਾਂਦਾ ਇਹੋ ਜਿਹੇ ਵਿਸ਼ਿਆਂ ਤੇ। ਭਾਵ ਇਸੇ ਕਰਕੇ ਰਹਿਤ ਮਰਜ਼ਾਦਾ ਵਿੱਚ ਲਿਖਣਾ ਕੀਤਾ ਬਈ ਜਿਹੜਾ ਹੈ ਅੰਮ੍ਰਿਤਧਾਰੀ ਹੀ ਕੀਰਤਨ ਕਰੇਗਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਜੀ ਕਹਿ ਰਹੇ ਸੀ ਜਿਹੜਾ ਮੇਰਾ ਰਹਿਤਵਾਨ ਸਿੱਖ ਹੈ ਸੁੱਚ ਸੰਤੋਖ ਰਹਿਤ ਮਰਜ਼ਾਦਾ ਵਿੱਚ ਰਹੇ, ਧਰਮ ਦੇ ਵਿੱਚ ਰਹੇ, ਜੋ ਸ਼ਰੂਤੀ ਸ਼ਬਦਾਂ ਨੂੰ ਗਾਉਂਦਾ ਹੈ ਦੋਹਰਾ। ਮੇਰੇ ਸਿੱਖਨ ਬੇਕਤਰ ਦਾਨ ਲੁੱਟ ਬੇਹਿਤ। ਜਿਹੜਾ ਮੇਰੇ ਸਿੱਖਾਂ ਨੂੰ ਲੁੱਟਣ ਵਾਸਤੇ ਸਿੱਖੀ ਦਾ ਭੇਸ ਧਾਰਨ ਕਰਦਾ ਹੈ। ਹੁਣ ਬਹੁਤ ਸਾਰੇ ਲੋਕ ਸਿੱਖੀ ਦਾ ਭੇਸ ਧਾਰਨ ਕਰਕੇ ਕੇਵਲ ਦਾਨ ਪੁੰਨ ਲੈਣ ਵਾਸਤੇ, ਲੁੱਟਣ ਵਾਸਤੇ ਆਏ ਹੋਏ ਆ। ਕੇਵਲ ਬਹੁਤ ਸਾਰੇ ਲੋਕ ਆ, ਮੈਂ ਕਿਹਦੀ ਗਿਣਤੀ ਕਰਾਂ, ਤੁਸੀਂ ਕੋਈ ਅਣਜਾਣ ਨਹੀਂ ਹੈਗੇ। ਬਹੁਤ ਸਾਰੇ ਲੋਕ ਸਿੱਖੀ ਦਾ ਭੇਸ ਧਾਰ ਕੇ ਕੇਵਲ ਆਮ ਜਨਤਾ ਤੋਂ, ਸਿੱਖਾਂ ਤੋਂ ਲੁੱਟਣ ਵਾਸਤੇ, ਦਾਨ ਲੈਣ ਦੇ ਵਾਸਤੇ ਜਿਹੜੇ ਆਉਂਦੇ ਹਨ। ਧਰੇ ਕੇਸ ਨਿਰਤੰਦ ਤਜ ਕਪਟੀ ਪਾਪੀ ਕੀਤ। ਇਹੋ ਜਿਹੇ ਲੋਕ ਜਿਹੜੇ ਕਰਮ ਕਾਂਡਾਂ ਵਿੱਚ ਖਚਤ ਹਨ ਉਹਨਾਂ ਨੂੰ ਤਿਆਗ ਦਿਓ। ਉਹ ਕਪਟੀ ਹੈ, ਪਾਪੀ ਹੈ, ਉਹ ਤੁਹਾਡੇ ਵਾਸਤੇ ਰਾਹੂ ਕੇਤੂ ਵਰਗੇ ਹਨ। ਭਾਵ ਤੁਹਾਨੂੰ ਲੁੱਟਣ ਵਾਸਤੇ ਹੀ ਉਹਨਾਂ ਨੇ ਸਿੱਖੀ ਦਾ ਭੇਸ ਧਾਰਿਆ ਹੈ, ਅੰਦਰੋਂ ਮਰਜ਼ਾਦਾ ਵਿੱਚ ਜਿਹੜੇ ਨਹੀਂ ਹੈਗੇ। ਪਰ ਵਰਣ ਉਤਮ ਵੱਡਾ ਤੀਨ ਦੇਵ ਕੋ ਰੂਪ। ਕਹਿੰਦੇ ਵੈਸੇ ਬ੍ਰਾਹਮਣ ਜਿਹੜੀ ਹੈ ਇਹ ਮਾੜੀ ਕੌਮ ਨਹੀਂ ਹੈ। ਇਹ ਜਾਤ ਜਿਹੜੀ ਬ੍ਰਾਹਮਣ ਕੌਣ ਹੈ? ਪਹਿਲਾਂ ਤਾਂ ਕਬੀਰ ਸਾਹਿਬ ਨੂੰ ਪੁੱਛ ਲਈਏ। ਕਬੀਰ ਸਾਹਿਬ ਜੀ ਕਹਿੰਦੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਜੋ ਇਹਾਂ ਬ੍ਰਹਮ ਗਿਆਨ ਉਚਾਰੇ।
ਜਿਹੜਾ ਸਾਨੂੰ ਬ੍ਰਾਹਮਣ ਦੀ ਪਰਮੇਸ਼ਰ ਦੀ ਵਿਦਿਆ ਦੇਵੇ ਉਹ ਬ੍ਰਾਹਮਣ ਹੈ। ਤੇ ਬ੍ਰਾਹਮਣ ਕੋਈ ਜਾਤ ਨਹੀਂ ਸੀ। ਚਲੋ ਹੌਲੀ ਹੌਲੀ ਇਹ ਜਾਤਾਂ ਬਣ ਗਈਆਂ। ਲੋਹਾ ਕੁੱਟਣ ਵਾਲੇ ਨੂੰ ਲੋਹਾਰ ਕਹਿਣ ਲੱਗ ਪਏ, ਸਿਉਣਾ ਕੁੱਟਣ ਵਾਲੇ ਨੂੰ ਸੁਨਿਆਰ ਕਹਿਣ ਲੱਗ ਪਏ, ਚਮੜੇ ਕੰਮ ਕਰਨ ਵਾਲੇ ਨੂੰ ਚਮਿਆਰ ਕਹਿਣ ਲੱਗ ਪਏ। ਇਹ ਅੱਗੇ ਜਾ ਕੇ ਜਾਤਾਂ ਬਣ ਗਈਆਂ। ਤਾਂ ਕੰਮਾਂ ਦੇ ਨਾਂ ਸੀਗੇ। ਵੈਸੇ ਤਾਂ ਆਪਾਂ ਸਾਰੇ ਮਨੁੱਖ ਹਾਂ। ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਵੋ, ਕਰਤਾ ਕਰੀਮ ਸੋਈ ਰਾਜ ਕਰਹੀਮ ਹੋਈ, ਦੂਸਰੋ ਨਾ ਭੇਦ ਕੋਈ ਭੂਲ ਪਰ ਮਾਨਵੋ। ਕੋਈ ਫਰਕ ਨਹੀਂ ਹੈ। ਏਕੇ ਕਾਨ ਏਕੇ ਬਾਣ ਏਕੇ ਦੇਹ ਸਭ ਏਕ ਸੋ ਬਣਾਓ ਹੋਇਆ। 10ਵੇਂ ਪਾਤਸ਼ਾਹ ਦੇ ਵਚਨ ਕੋਈ ਫਰਕ ਹੈ? ਜਿਹਨੂੰ ਚਮਿਆਰ ਕਹਿੰਦੇ ਹੋ, ਜਿਹਨੂੰ ਬ੍ਰਾਹਮਣ ਕਹਿੰਦੇ ਹੋ, ਕੀ ਕੋਈ ਅੰਗਾਂ ਦਾ ਫਰਕ ਹੈ ਇਹਨਾਂ ਦੇ ਵਿੱਚ? ਸਾਰਿਆਂ ਦੇ ਇੱਕੋ ਜਿਹੇ ਅੰਗ ਹਨ। ਫਿਰ ਇਹ 9 ਕੰਮਾਂ ਦੇ ਸੀਗੇ। ਹੌਲੀ ਹੌਲੀ ਇਹਨਾਂ ਨੂੰ ਮਨੁੱਖ ਦੇ ਸਰੀਰ ਨਾਲ ਜੋੜ ਕੇ ਜਾਤ ਪਾਤ ਵਿੱਚ ਕਨਵਰਟ ਕਰ ਦਿੱਤਾ ਗਿਆ। ਕੋ ਸਤਨਾਮ। ਗੁਰੂ ਸਾਹਿਬ ਨੇ ਫਿਰ ਤੀਜੇ ਪਾਤਸ਼ਾਹ ਨੇ ਜਾਤਾਂ ਪਾਤਾਂ ਦੇ ਖੰਡਨ ਕਰਨੇ ਸ਼ੁਰੂ ਕੀਤੇ। 10ਵੇਂ ਪਾਤਸ਼ਾਹ ਜੀ ਤੱਕ ਫਿਰ ਇਹ ਜਾਤ ਪਾਤ ਨੂੰ ਖਤਮ ਕੀਤਾ ਗਿਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਵਿਪਰ ਵਰਨ ਉੱਤਮ ਵੱਡਾ ਠੀਕ ਹੈ। ਬ੍ਰਾਹਮਣ ਜਾਤ ਨੂੰ ਉੱਤਮ ਕਿਹਾ ਜਾਂਦਾ ਹੈ। ਤਿੰਨਾਂ ਵਰਨਾਂ ਦਾ ਇਹ ਪੂਜਿਆ ਮੰਨਿਆ ਜਾਂਦਾ ਹੈ। ਛਤਰੀ ਵੈਸ਼ ਤੇ ਸ਼ੂਦਰ ਇਸ ਨੂੰ ਤਿੰਨੇ ਉਸ ਵੇਲੇ ਮੰਨਦੇ ਸਨ। ਪਲਟ ਮਜਮ ਵੀਰਨ ਜਜੈ ਸੋ ਪਾਪੀ ਪਰਿਕੂਪ। ਪਰ ਜਿਹੜਾ ਬ੍ਰਾਹਮਣ ਹੋ ਕੇ ਗੁੱਗੇ ਸਰਬਰ ਆਦਿ ਪੀਰਾਂ ਨੂੰ ਪੂਜਦਾ ਹੈ ਉਹ ਨਰਕਾਂ ਦਾ ਵਾਸੀ ਹੋਵੇਗਾ। ਕਿਉਂਕਿ ਪਾਤਸ਼ਾਹ ਕਿਸੇ ਇੱਕ ਨੂੰ ਨਹੀਂ ਸਮਝਾਉਂਦੇ, ਉਹ ਸਿੱਖ ਨੂੰ ਸਮਝਾਉਂਦੇ ਆ, ਨਾਲ ਬ੍ਰਾਹਮਣ ਨੂੰ ਵੀ ਸਮਝਾਉਂਦੇ ਆ। ਜੇ ਤੂੰ ਬ੍ਰਾਹਮਣ ਹੈ, ਹਿੰਦੂ ਹੈ, ਤੇ ਫਿਰ ਅਸਲੀ ਹਿੰਦੂ ਬਣ। ਜੇ ਸਿੱਖ ਹੈ ਤੇ ਫਿਰ ਪੂਰੀ ਸਿੱਖੀ ਮਰਜ਼ਾਦਾ ਵਿੱਚ ਆ ਜਾ। ਜੇ ਮੁਸਲਮਾਨ ਹੈ ਤੇ ਫਿਰ ਆਪਣੀ ਮਰਜ਼ਾਦਾ ਵਿੱਚ ਪੂਰਾ ਉਤਰ। ਜਿਸ ਵੇਲੇ ਬਾਬਾ ਨਾਨਕ ਜੀ ਬੈਠੇ ਸਨ ਸ਼ਮਸ਼ਾਨ ਘਾਟ ਦੇ ਵਿੱਚ, ਗੁਰੂ ਪਿਆਰਿਓ ਜਦੋਂ ਮੂਲ ਮੰਤਰ ਲੈ ਕੇ ਆਏ ਨਾ, ਤੇ ਮੂਲ ਮੰਤਰ ਲਿਆਉਣ ਤੋਂ ਬਾਅਦ ਉਹ ਮੋਦੀ ਖਾਨੇ ਤੇ ਆਏ। ਮੋਦੀ ਖਾਨਾ ਲੁਟਾਤਾ। ਦੌਲਤ ਖਾਨ ਦੇ ਬੰਦਿਆਂ ਨੇ ਦੁਬਾਰਾ ਜਿੰਦਾ ਲਾਤਾ, ਲੋਕ ਲਾਤਾ। ਤੇ ਫਿਰ ਆ ਕੇ ਸ਼ਮਸ਼ਾਨ ਘਾਟ 'ਚ ਬਹਿ ਕੇ ਕਹਿਣ ਲੱਗੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਹੁਣ ਉੱਥੇ ਹਿੰਦੂ ਵੀ ਰਹਿੰਦੇ ਸਨ, ਮੁਸਲਮਾਨ ਵੀ ਰਹਿੰਦੇ ਸਨ। ਤੇ ਕਾਜੀ ਆ ਕੇ ਰਾਜੇ ਨੂੰ ਕਹਿੰਦਾ, ਰਾਜਾ ਸਾਹਿਬ ਇਹ ਜਿਹੜਾ ਆਪਣਾ ਮੋਦੀ ਹੈ ਨਾਨਕ, ਇਹ ਪਤਾ ਨਹੀਂ ਕੀ ਹੋ ਗਿਆ, ਸ਼ਮਸ਼ਾਨ ਘਾਟ 'ਚ ਬੈਠਾ ਕਹਿ ਰਿਹਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਕਹਿੰਦੀ ਉਹਨੂੰ ਪੁੱਛ ਕੇ ਆਓ ਵੀ ਕੀ ਗੱਲ ਹੈ। ਜਾ ਕੇ ਪੁੱਛਣ ਗਿਆ ਕਾਜੀ, ਹਾਂ ਦੱਸ ਨਾਨਕ ਇਹਦਾ ਕੀ ਕਾਰਨ ਹੈ? ਤੂੰ ਕਹਿ ਰਿਹਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਅਸੀਂ ਤਾਂ ਇਹ ਸਮਝਿਆ ਵੀ ਤੂੰ ਕਹਿਣਾ ਵੀ ਸਾਰੇ ਇੱਕੋ ਜਿਹੇ ਆ, ਕੋਈ ਹਿੰਦੂ ਮੁਸਲਮਾਨ ਨਹੀਂ। ਜੇ ਇਹ ਗੱਲ ਹੈ ਤੇ ਸਾਡੇ ਨਾਲ ਚੱਲ ਕੇ ਨਵਾਜ਼ ਕਰ। ਬਾਬਾ ਜੀ ਕਹਿ ਰਹੇ ਸੀ ਨਾ ਤਾਂ ਹਿੰਦੂ ਆਪਣੀ ਜਿਹੜੀ ਰਹਿਤ ਮਰਜ਼ਾਦਾ ਉਹਦੇ ਵਿੱਚ ਪੂਰਾ ਉਤਰ ਰਿਹਾ, ਨਾ ਮੁਸਲਮਾਨ ਆਪਣੀ ਮਰਜ਼ਾਦਾ ਵਿੱਚ ਪੂਰਾ ਹੈ। ਸਾਰੇ ਆਪਣੀ ਮਰਜ਼ਾਦਾ ਨੂੰ ਭੁੱਲ ਚੁੱਕੇ ਆ। ਛਤਰੀਆਂ ਤੈ ਧਰਮ ਛੋੜਿਆ ਮਲੇਸ਼ ਭਾਖਿਆ ਗਹੀ, ਸ਼੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਪਰ ਉਹ ਕਹਿੰਦੇ ਜੇ ਤੂੰ ਇਹ ਕਹਿਣਾ ਕਿ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਸਾਡੇ ਨਾਲ ਜਾ ਕੇ ਨਵਾਜ਼ ਕਰ। ਫਿਰ ਸਾਖੀ ਤੁਸੀਂ ਜਾਣਦੇ ਹੋ ਨਵਾਜ਼ ਵਾਲੀ। ਰਾਜੇ ਨਾਲ ਨਵਾਜ਼ ਕਰਨ ਚਲੇ ਗਏ। ਰਾਜਾ ਤੇ ਕਾਜੀ ਨਵਾਜ਼ ਕਰਦੇ, ਬਾਬਾ ਜੀ ਖੜੇ ਵੇਖਦੇ ਰਹੇ। ਮੁੜ ਕੇ ਰਾਜਾ ਕਹਿੰਦਾ ਹਾਂ ਨਾਨਕ ਤੂੰ ਕੀਤੀ ਨਾ ਨਵਾਜ਼। ਕਹਿੰਦੇ ਤੁਸੀਂ ਬਚਨ ਕੀਤਾ ਸਾਡੇ ਨਾਲ ਨਵਾਜ਼ ਕਰਨ ਦਾ? ਕਹਿੰਦੇ ਹਾਂ ਅਸੀਂ ਕੀਤੀ ਆ। ਕਹਿੰਦੇ ਨਹੀਂ ਕੀਤੀ ਰਾਜਾ ਸਾਹਿਬ, ਤੁਸੀਂ ਨਵਾਜ਼ ਇੱਥੇ ਕਰ ਰਹੇ ਹੋ ਪਰ ਤੁਹਾਡਾ ਧਿਆਨ ਕਿੱਥੇ ਸੀ ਨਵਾਜ਼ ਵੇਲੇ? ਇਸੇ ਕਰਕੇ ਮੈਂ ਕਹਿ ਰਿਹਾ ਨਾ ਹਿੰਦੂ ਆਪਣੇ ਧਰਮ ਤੇ ਖੜਾ ਨਾ ਮੁਸਲਮਾਨ ਆਪਣੇ ਧਰਮ ਤੇ ਹੈ। ਤੇਰਾ ਧਿਆਨ ਜਿਹੜਾ ਕਾਬਲ ਕੰਧਾਰ ਦੇ ਵਿੱਚ ਘੋੜੇ ਵੇਖ ਰਿਹਾ ਸੀ ਨਾ, ਮਾਰ ਪਿੱਛੇ ਨਿਗਾਹ ਕਰਨਾ ਗੱਲ ਤਾਂ ਸਹੀ ਆ, ਧਿਆਨ ਤਾਂ ਚਲੇ। ਕਹਿੰਦੇ ਫਿਰ ਨਵਾਜ਼ ਤਾਂ ਧਿਆਨ ਨੇ ਕਰਨੀ ਹੈ, ਸਰੀਰ ਨੇ ਨਹੀਂ ਕਰਨੀ। ਕਾਜੀ ਕਹਿੰਦਾ ਮੇਰੇ ਨਾਲ ਕਰ ਲੈਂਦਾ। ਕਹਿੰਦੇ ਤੂੰ ਵੀ ਇੱਥੇ ਹੈ ਨਹੀਂ ਸੀਗਾ। ਰਾਜਾ ਕਹਿੰਦਾ ਕਾਜੀ ਸਾਹਿਬ ਤੁਸੀਂ ਕਿੱਥੇ ਗਏ ਸੀ ਫਿਰ? ਕਹਿੰਦੇ ਜੀ ਮੈਂ ਕਿਤੇ ਨਹੀਂ ਗਿਆ। ਬਾਬਾ ਜੀ ਕਹਿੰਦੇ ਕਾਜੀ ਸਾਹਿਬ ਮੁੱਕਰੋ ਨਾ, ਤੁਹਾਡੇ ਘਰੇ ਘੋੜੀ ਸੂਈ ਆ ਰਾਤ? ਕਹਿੰਦੇ ਹਾਂ। ਵਿਹੜੇ ਵਿੱਚ ਕੋਈ ਖੂਹੀ ਹੈ ਖੁੱਲੇ ਮੂੰਹ ਵਾਲੀ? ਕਹਿੰਦੇ ਹਾਂ। ਕੋਈ ਖੱਡਾ ਕੋਈ ਟੋਹਾ ਵੱਡਾ ਹੈਗਾ? ਕਹਿੰਦੇ ਤੂੰ ਤਾਂ ਬਸ਼ੇਰੇ ਮਗਰ ਭੱਜਿਆ ਫਿਰਦਾ ਸੀਗਾ, ਕਿਤੇ ਬਸ਼ੇਰਾ ਖੂਹ 'ਚ ਨਾ ਡਿੱਗ ਪਵੇ। ਰਾਜਾ ਹੱਸ ਕੇ ਪੁੱਛਦਾ ਕਿਉਂ ਕਾਜੀ ਸਾਹਿਬ ਗਏ ਸੀ? ਕਹਿੰਦੇ ਜੀ ਧਿਆਨ ਤਾਂ ਗਿਆ ਸੀ। ਕਹਿੰਦੇ ਨਮਾਜ਼ ਤਾਂ ਧਿਆਨ ਦੀ ਗੱਲ ਹੈ, ਇਸੇ ਕਰਕੇ ਮੈਂ ਕਹਿਣਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਉਹਨਾਂ ਨੂੰ ਗਿਆਨ ਦੇ ਕੇ ਬਾਬਾ ਜੀ ਵਾਪਸ ਆ ਗਏ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਬ੍ਰਾਹਮਣ ਹੈ ਉੱਤਮ ਮੰਨਿਆ ਗਿਆ, ਤਿੰਨੇ ਲੋਕਾਂ ਦਾ ਇਹ ਦੇਵਤਾ ਪੂਜਣਯੋਗ ਮੰਨਿਆ ਗਿਆ। ਪਰ ਜੇ ਇਹ ਵੀ
ਆਪਣੀ ਕਿਰਤ ਨੂੰ ਛੱਡ ਕੇ, ਆਪਣੀ ਪਦਵੀ ਨੂੰ ਛੱਡ ਕੇ ਗੁੱਗੇ ਪੀਰਾਂ ਸਰਬਣੀਆਂ ਨੂੰ ਪੂਜਦਾ ਰਵੇ ਤੇ ਇਹ ਪਾਪੀ ਹੈ, ਨਰਕਾਂ ਦਾ ਵਾਸੀ ਹੈ। ਭੇਸ ਕੇਸ ਧਰ ਆਨ ਸਿੱਖ, ਪੂਜਤ ਤੁਛਣ ਦੇਵ। ਹੁਣ ਸਾਡੇ ਵਾਸਤੇ ਵੀ ਹੁਕਮ ਹੈ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ, ਕਿਉਂਕਿ ਇਹ ਸਾਰਿਆਂ ਦਾ ਹੈ। ਜੇ ਘਰ ਦੇ ਵਿੱਚ 4 ਪੁੱਤਰ ਹੈ, 4 ਚੋਂ 1 ਜਾਂ 2 ਗਲਤ ਜਾ ਰਹੇ ਹੈ, ਬਾਪੂ ਉਹਨਾਂ ਗਲਤਾਂ ਨੂੰ ਵੀ ਕਹੇਗਾ ਪੁੱਤਰ ਤੂੰ ਸਹੀ ਚੱਲ। 4 ਅਸੀਂ ਪਰਮੇਸ਼ਰ ਦੇ ਪੁੱਤਰ ਹਾਂ ਤੇ ਗੁਰੂ ਸਾਡੇ ਜਿਹੜੇ ਹਨ ਗਾਈਡੈਂਸ ਹਨ, ਸਾਡੇ ਮਾਰਗਦਰਸ਼ਕ ਹਨ, ਸਾਡੇ ਸਤਿਗੁਰੂ ਹੈ, ਸਾਨੂੰ ਸਭ ਨੂੰ ਸਮਝਾਉਣਗੇ। ਸਿੱਖਾਂ ਨੂੰ ਕੀ ਕਹਿੰਦੇ ਨੇ? ਇਸ ਕੇਸ ਦਰਿਆਨ ਸਿੱਖ ਪੂਜਤ ਤੁਛਨ ਦੇਵ। ਜਿਹੜਾ ਸਿੱਖੀ ਦਾ ਭੇਸ ਧਾਰ ਕੇ, ਭਾਵ ਦਸਤਾਰ ਬਨ ਕੇ, ਕੇਸ ਰੱਖ ਕੇ, ਦਾੜਾ ਰੱਖ ਕੇ ਤੁਸੀਂ ਆਲ ਵਰਲਡ ਦੇ ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਸ਼ਹਿਰ ਵਿੱਚ ਚਲੇ ਜਾਓ, ਲੋਕਾਂ ਨੇ ਤੁਹਾਡਾ ਇਹ ਸਰੂਪ ਦੇਖ ਕੇ ਤੁਹਾਨੂੰ ਮੰਨ ਲੈਣਾ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਕਹੋ ਸਤਿਨਾਮ। ਕਿਉਂਕਿ ਅਸੀਂ ਮਸ਼ਹੂਰ ਹੋ ਚੁੱਕੇ ਹਾਂ। ਐਵੇਂ ਥੋੜਾ ਕਿਹਾ ਸੀਗਾ ਭਾਈ ਜੈਤਾ ਜੀ ਨੂੰ, ਕਿੰਨੇ ਕੁ ਲੋਕ ਸੀਗੇ ਉੱਥੇ, ਕਿੰਨੇ ਕੁ ਸੰਗਤ ਸੀ। ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਕਹਿਣਾ ਜੀ ਸੀ ਤਾਂ ਬਹੁਤ ਲੋਕ, ਪਰ ਇਹ ਨਹੀਂ ਪਤਾ ਲੱਗਦਾ ਸੀ ਕਿਹੜੇ ਸਿੱਖ ਹੈ ਕਿਹੜੇ ਦੂਜੇ ਹੈ। ਕਹਿੰਦੇ ਅੱਛਾ ਫਿਰ ਮੈਂ ਐਸਾ ਸਿੱਖ ਸਾਜੂਗਾ ਲੱਖਾਂ ਵਿੱਚ ਵੀ ਖੜਾ ਦਿਖਾਈ ਦੇਵੇਗਾ। ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਉੱਥੋਂ ਦੇ ਲੋਕ ਤੁਹਾਨੂੰ ਇੰਗਲਿਸ਼ ਵਿੱਚ ਵੀ ਤੁਹਾਨੂੰ ਉਸੇ ਤਰ੍ਹਾਂ ਹੀ ਸਮਝਣਗੇ, ਪੰਜਾਬੀ ਵਿੱਚ ਵੀ, ਉਰਦੂ ਵਿੱਚ ਵੀ। ਅਗਲ ਇੰਗਲਿਸ਼ ਵਾਲੇ ਆ ਤਾਂ ਸਾਨੂੰ ਸਰਦਾਰ ਜੀ ਕਹਿ ਕੇ ਬੁਲਾਉਣਗੇ। ਕਹੋ ਸਤ। ਪਤਾ ਲੱਗ ਗਿਆ ਵੀ ਇਹ ਸਰਦਾਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ। ਕਹੋ ਸਤਨਾਮ। ਇਸ ਕਰਕੇ ਜਿਹੜਾ ਇਹ ਭੇਸ ਨੂੰ ਧਾਰਨ ਕਰਕੇ ਫਿਰ ਹੋਰ ਤੁੱਛ ਦੇਵਤਿਆਂ ਨੂੰ, ਨਿੱਕੇ ਨਿੱਕੇ ਦੇਵਤਿਆਂ ਨੂੰ ਪੂਜਦਾ ਫਿਰਦਾ ਹੈ। ਨਾ ਪਾਣੀ ਦੀਜੀਏ ਮੇਰਾ ਸਿੱਖ ਸੋ ਸੇਵ। ਜਿਹੜਾ ਮੇਰਾ ਸਿੱਖ ਹੈ ਉਹਦੇ ਨਾਲ ਕੋਈ ਸਾਂਝ ਨਾ ਰੱਖੇ ਜਲ ਪਾਣੀ ਦੀ ਵੀ। ਇਹੋ ਜਿਹੇ ਬੰਦੇ ਨੂੰ ਪਾਣੀ ਵੀ ਨਾ ਪਿਆਓ ਜਿਹੜਾ ਗੁਰੂ ਕਾ ਸਿੱਖ ਹੋ ਕੇ ਐਵੇਂ ਥਾਂ ਥਾਂ ਮੱਥੇ ਟੇਕਦਾ ਫਿਰਦਾ ਹੈ। ਕੇਸਾ ਧਾਰੀ ਭੇਖਿਆ ਜੀਵਨ ਕੇ ਤਿਨ ਕਾਜ। ਕਹਿਣ ਲੱਗੇ ਕੇਸਾ ਧਾਰੀ ਨੇ ਆਪਣਾ ਜੀਵਨ ਜਿਉਣ ਵਾਸਤੇ ਇਹ ਭੇਖ ਧਾਰਨ ਕੀਤਾ ਹੈ। ਘਰੇ ਕੇਸ ਚੰਡਾਲ ਸਮ ਦੇ ਦਾਨ ਹੋਏ ਪਾਜ। ਕੇਸ ਧਰਨੇ ਮਾੜੇ ਨਹੀਂ ਹੈ, ਗੁਰੂ ਸਾਹਿਬ ਇਹ ਨਹੀਂ ਕਹਿੰਦੇ, ਪਰ ਕੇਸ ਧਾਰ ਕੇ ਪਖੰਡ ਕਰਨਾ ਇਹ ਮਾੜਾ ਹੈ। ਕਹੋ ਸਤਨਾਮ। ਤਾਂ ਇੱਕ ਜਥਾ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ, ਸਤਿਕਾਰ ਕਮੇਟੀ ਜਿਹਨੂੰ ਆਪਾਂ ਕਹਿੰਦੇ ਆ। ਤੇ ਕਈ ਥਾਵਾਂ ਤੇ ਆਪਾਂ ਦੇਖਦੇ ਹਾਂ ਉਹ ਸਤਿਕਾਰ ਕਮੇਟੀ ਜਾ ਕੇ ਝਿੜਕਦੀ ਆ ਕੁਝ ਲੋਕਾਂ ਨੂੰ। ਉਹ ਬਾਹਰੋਂ ਉਹ ਕਈ ਵਾਰੀ ਪਾਠੀ ਵੀ ਹੁੰਦੇ ਆ, ਸਿੱਖ ਵੀ ਹੁੰਦੇ ਆ, ਪਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਐਸੇ ਥਾਂ ਤੇ ਜਾ ਕੇ ਬਿਰਾਜਮਾਨ ਕਰ ਦਿੰਦੇ ਨੇ ਜਿੱਥੇ ਕਿ ਸ਼ੋਭਦਾ ਨਹੀਂ ਹੈ। ਕੋਈ ਸਤਨਾਮ। ਤਾਂ ਉਹਨਾਂ ਦਾ ਮਕਸਦ ਇਹੀ ਹੈ ਵੀ ਸਾਡਾ ਗੁਰੂ ਸਭ ਤੋਂ ਵੱਡਾ ਹੈ, ਤੁਸੀਂ ਇਹਨਾਂ ਦਾ ਸਤਿਕਾਰ ਬਰਕਰਾਰ ਰੱਖੋ। ਕੋਈ ਸਤਨਾਮ। ਮਕਸਦ ਇਹੀ ਆ, ਹੋਰ ਕੋਈ ਮਕਸਦ ਨਹੀਂਗਾ। ਪਾਤਸ਼ਾਹ ਕਹਿੰਦੇ ਸਿੱਖ ਦਾ ਭੇਸ ਧਾਰ ਕੇ ਜਿਹੜਾ ਕਰਮਕਾਂਡ ਪਖੰਡ ਨਹੀਂ ਛੱਡਦਾ ਉਸ ਨੂੰ ਦਾਨ ਦੇਣਾ ਵੀ ਮਾੜਾ ਹੈ ਤੇ ਉਹ ਚੰਡਾਲ ਸਮ ਹੈ। ਉਹ ਕੇਵਲ ਆਪਣੀ ਜੀਵਨ ਨਿਰਵਾਹ ਵਾਸਤੇ ਹੀ ਕੇਸ ਧਾਰੇ ਹੋਏ ਹਨ। ਮੇਰੇ ਇੱਕ ਹੋਰ ਗੱਲ ਯਾਦ ਆ ਗਈ, ਜਦੋਂ ਸ਼੍ਰੋਮਣੀ ਕਮੇਟੀ ਨੇ ਗੁਰੂ ਪਿਆਰੇ ਹੋਏ ਰਹਿਤ ਮਰਜ਼ਾਦਾ ਬਣਾ ਦਿੱਤੀ ਤੇ ਰੋਕ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਇੱਧਰ ਕੀਰਤਨ ਵੀ ਕਰਦੇ ਸਨ ਤੇ ਉੱਧਰੋਂ ਪੱਬਾਂ ਵਿੱਚ ਵੀ ਜਾਂਦੇ ਸਨ। ਤੇ ਜਿਸ ਵੇਲੇ 1947 ਵਿੱਚ ਵੰਡ ਹੋਈ ਤੇ ਜਿਹੜੇ ਮੁਸਲਮਾਨ ਇੱਧਰੋਂ ਉੱਧਰ ਚਲੇ ਗਏ, ਉਹਨਾਂ ਨੇ ਜਾ ਕੇ ਕੇਸਦਾੜੀਆਂ ਕਟਾ ਦਿੱਤੇ। ਕਹੋ ਸਤਨਾਮ। ਕਿਉਂਕਿ ਜੀਵਨ ਨਿਰਵਾਹ ਸੀ, ਗੁਰੂ ਘਰ ਨਾਲ ਤਾਂ ਜੁੜੇ ਸੀਗੇ ਵੀ ਕੀਰਤਨ ਕਰਦੇ ਸੀ, ਪੈਸਾ ਮਿਲਦਾ ਸੀਗਾ, ਪਰ ਉੱਧਰ ਜਾ ਕੇ ਉਹਨਾਂ ਨੇ ਸਿੱਖੀ ਵੀ ਛੱਡ ਦਿੱਤੀ। ਇਹੋ ਜਿਹੇ ਲੋਕਾਂ ਨੂੰ ਪਾਤਸ਼ਾਹ ਕਹਿੰਦੇ ਉਹ ਲੋਕ ਚੰਡਾਲ ਹਨ ਜਿਹੜੇ ਕੇਵਲ ਜੀਵਨ ਨਿਰਵਾਹ ਵਾਸਤੇ ਮੇਰੇ ਸਿੱਖੀ ਦੇ ਬਾਣੇ ਨੂੰ ਲਾਜ ਲਾਉਂਦੇ ਹਨ। ਬੜੀ ਮਸਾਨੀ ਗੁਰ ਨਾ ਮਾਨੈ ਭੇਖੀ ਕੋ ਨੈ ਦੇਵੇ ਦਾਨੈ। ਇਸ ਕਰਕੇ ਮੇਰਾ ਸਿੱਖ ਜਿਹੜਾ ਹੈ ਮੜੀ ਮਸਾਣੀ ਕਬਰਾਂ ਨੂੰ ਨਾ ਪੂਜੇ, ਪਖੰਡੀਆਂ ਨੂੰ, ਭੇਖ ਧਾਰੀਆਂ ਨੂੰ ਕੋਈ ਦਾਨ ਦੇਣ ਦੀ ਲੋੜ ਨਹੀਂ ਹੈ। ਲੰਗਰ ਚਲਾਉਣਾ ਹੋਰ ਗੱਲ ਹੈ, ਔਰ ਪਖੰਡੀ ਦਾ ਪਖੰਡ ਵੇਖ ਕੇ ਉਸ ਨੂੰ ਕੁਝ ਦੇਣਾ ਉਹ ਹੋਰ ਗੱਲ ਹੈ। ਲੰਗਰ ਜਦ ਚਲਾਉਣੀ ਆ ਫਿਰ ਇਹਦੇ ਵਿੱਚ ਕੋਈ ਵੇਖਿਆ ਨਹੀਂ ਜਾਂਦਾ ਕੌਣ ਬੈਠਾ ਹੈ। ਸਰਬ ਸਾਂਝਾ ਲੰਗਰ ਗੁਰੂ ਨਾਨਕ ਦਾ ਚਲਾਇਆ ਹੋਇਆ, ਪਰ ਪਖੰਡੀਆਂ ਕਰਮ ਕਾਂਡੀਆਂ ਨੂੰ ਦਾਨ ਦੇ ਰੂਪ 'ਚ ਦੇਣਾ ਪਾਤਸ਼ਾਹ ਕਹਿੰਦੇ ਇਹ ਵੀ ਨਹੀਂ ਦੇਣਾ। ਆਪਾਂ ਪ੍ਰੀਤਮ ਨੇ ਇਹ ਬਚਨ ਬਾਣੀ ਵਿੱਚ ਵੀ ਲਿਖਿਆ ਹੈ। ਕਹਿਣ ਲੱਗੇ ਜਿਹੜਾ ਸਿੱਖ ਹੈ ਉਹ ਭੁੱਲ ਕੇ ਵੀ
ਮੜੀਆਂ ਮਸਾਣੀਆਂ ਤੇ ਕਬਰਾਂ ਨੂੰ ਨਾ ਪੂਜੇ, ਜੇ ਪੂਜਦਾ ਹੈ ਉਹ ਮੇਰਾ ਸਿੱਖ ਨਹੀਂ ਹੈ। ਜੈ ਕੋ ਕਹਿ ਨਾ ਖਾਏ ਪ੍ਰਸਾਦ, ਕਰੇ ਜੇ ਤੀਨੋ ਸਿੱਖ ਸੁਬਾਦ। ਥਾਂ ਥਾਂ ਦਾ ਪ੍ਰਸ਼ਾਦ ਨਾ ਖਾਵੇ। ਪ੍ਰਸ਼ਾਦ ਜਿਹੜਾ ਸਿੱਖ ਹੈ, ਜੇ ਸਿੰਘ ਹੈ, ਉਹ ਕੇਵਲ ਤੇ ਕੇਵਲ ਗੁਰੂ ਦਾ ਬਖਸ਼ਿਆ ਪ੍ਰਸ਼ਾਦ ਛਕੇ। ਉਹ ਥਾਂ ਥਾਂ ਤੇ ਚੜ੍ਹਿਆ ਹੋਇਆ ਪ੍ਰਸ਼ਾਦ ਨਾ ਖਾਵੇ। ਜੇ ਖਾਂਦਾ ਹੈ ਤਾਂ ਇਹ ਸਿੱਖਾਂ ਦੇ ਵਾਸਤੇ ਠੀਕ ਨਹੀਂ ਜੀ। ਬਿਨ ਬੂਝੇ ਦੇਵਨ ਕੋ ਜਜੈ, ਮੈਂ ਛੋਟਾ ਸੋ ਸਿੱਖ ਮਮ ਤਜੈ। ਹਾਂ, ਗੁਰੂ ਜੀ ਦਾ ਹੁਕਮ ਸਮਝੇ ਬਗੈਰ ਜਿਹੜਾ ਸਿੱਖ ਆਪ ਹੁਦਰੀਆਂ ਕਰਦਾ ਹੈ, ਉਹਨੂੰ ਮੈਂ ਛੱਡਿਆ ਤੇ ਉਹ ਸਿੱਖ ਮੈਨੂੰ ਛੱਡ ਗਿਆ ਹੈ। ਮੇਰਾ ਸਿੱਖ ਜੋ ਤੀਰਥ ਜਾਵੈ, ਦੇ ਅਤਿਥ ਕੋ ਭੋਗ ਪੁਗਾਵੈ। ਕਹਿਣ ਲੱਗੇ ਜਿਹੜਾ ਸਿੱਖ ਤੀਰਥ ਯਾਤਰਾ ਕਰਦਾ ਉੱਥੇ ਅਤਿਥੀਆਂ ਨੂੰ ਖਵਾ ਕੇ ਫਿਰ ਖਾਵੇ। ਅਤਿਥੀ ਨੂੰ ਖਵਾ ਕੇ, ਜੇ ਮਨਸੁਖ ਦਾਸ ਗਿਆ ਯਾਤਰਾ ਕਰਨ ਵਾਸਤੇ, ਸਮਾਨ ਵੇਚਣ ਵਾਸਤੇ, ਤਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀਗਾ ਵੀ ਉੱਥੇ ਜਾ ਕੇ ਆ ਬਾਣੀ ਪੜ੍ਹਿਆ ਕਰ। ਫਿਰ ਦਿਨ ਚੜ੍ਹੇ, ਕੜਾਹ ਪ੍ਰਸ਼ਾਦ ਤਿਆਰ ਕਰਕੇ, ਕੋਲੇ ਕੋਈ ਫਿਰਦਾ ਹੋਵੇ ਆਵਾਜ਼ ਮਾਰ ਕੇ ਛਕਾ ਕੇ ਫਿਰ ਆਪ ਛਕਿਆ ਕਰ। ਇਹ ਕੰਮ ਕਰਦਾ ਸੀਗਾ। ਉੱਥੋਂ ਦੀ ਸਾਖੀ ਬੜੀ ਲੰਮੀ ਹੈ। ਤੇ ਉੱਥੋਂ ਦੇ ਲੋਕ ਗਿਆਰਸ ਵਾਲੇ ਦਿਨ ਰੋਟੀ ਨਹੀਂ ਸੀ ਪਕਾਉਂਦੇ, ਚੁੱਲ੍ਹਾ ਨਹੀਂ ਸੀ ਤਪਾਉਂਦੇ, ਪਰ ਇਹਨੇ ਗਿਆਰਸ ਵਾਲੇ ਦਿਨ ਵੀ ਦੇਗ ਬਣਾਈ, ਲੰਗਰ ਬਣਾਇਆ, ਛਕਾ ਕੇ ਫਿਰ ਛਕਿਆ। ਤੇ ਲੋਕਾਂ ਨੇ ਰਾਜੇ ਕੋਲ ਸ਼ਿਕਾਇਤ ਕਰਤੀ। ਕਹਿੰਦੇ ਇੱਕ ਵਪਾਰੀ ਆਇਆ ਪੰਜਾਬੋਂ, ਦਰਿਆ ਦੇ ਪਰਲੇ ਪਾਸਿਓਂ, ਸੰਗਲਾ ਦੀਪ ਦੇ ਵਿੱਚ, ਤੇ ਉਹ ਵਪਾਰੀ ਜਿਹੜਾ ਹੈ ਉਹ ਗਿਆਰਸ ਵਾਲੇ ਦਿਨ ਵੀ ਉਹਨੇ ਅੱਗ ਮਚਾਈ ਤੇ ਕੜਾਹ ਪ੍ਰਸ਼ਾਦ ਬਣਾਇਆ, ਦੇਗ ਬਣਾਈ ਤੇ ਵੰਡੀ ਤੇ ਆਪ ਖਾਧੀ। ਇਹਦਾ ਕੀ ਕਾਰਨ ਹੈ? ਤੇ ਰਾਜੇ ਨੇ ਬੁਲਾਇਆ। ਫਿਰ ਮਨਸੁਖ ਦਾਸ ਨੇ ਗੁਰੂ ਨਾਨਕ ਦਾ ਗਿਆਨ ਉਸ ਨੂੰ ਸਮਝਾਇਆ। ਫਿਰ ਮਨਸੁਖ ਦਾਸ ਦੇ ਕੋਲੋਂ ਸੁਣ ਕੇ ਹੀ ਸੰਗਲਾ ਦੀਪ ਦਾ ਰਾਜਾ ਬਾਬੇ ਨਾਨਕ ਦਾ ਸਿੱਖ ਬਣਿਆ ਸੀ। ਕਹੋ ਸਤਿਨਾਮ। ਇਸ ਕਰਕੇ ਮੇਰੇ ਇੱਕ ਗੱਲ ਯਾਦ ਆ ਗਈ, ਜਿਵੇਂ ਇੱਥੇ 10ਵੇਂ ਪਾਤਸ਼ਾਹ ਜੀ ਦੱਸ ਰਹੇ ਨੇ, ਇਹੀ ਗੱਲ ਦੂਜੇ ਪਾਤਸ਼ਾਹ ਜੀ ਨੇ ਦੱਸੀ। ਇੱਕ ਵਾਰ ਦੀ ਗੱਲ ਹੈ, ਗੁਰੂ ਪਿਆਰਿਓ, ਖਡੂਰ ਸਾਹਿਬ ਦੇ ਵਿੱਚ ਇੱਕ ਮਨੁੱਖ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਮਿਰਗੀ ਦੇ ਦੌਰੇ ਪੈਂਦੇ ਸਨ। ਬੜੀਆਂ ਥਾਵਾਂ ਤੋਂ ਦਵਾਈ ਲਈ, ਖਹਿਰੇ ਗੋਤ ਆ ਉੱਥੇ ਜ਼ਿਆਦਾਤਰ, ਉਹਨੂੰ ਖਹਿਰਾ ਹੀ ਕਹਿੰਦੇ ਆ। ਕਹਿੰਦੇ ਉਸ ਖਹਿਰੇ ਨੂੰ ਬੜੀਆਂ ਦਵਾਈਆਂ ਉਹ ਠੀਕ ਨਾ ਹੋਇਆ। ਕਿਸੇ ਨੇ ਕਹਿ ਤਾ ਉਹ ਆਪਣੇ ਪਿੰਡ ਵਾਲੇ ਗੁਰੂ ਸਾਹਿਬ ਕੋਲ ਜਾ ਕੇ ਬੇਨਤੀ ਕਰ ਲਾ। ਬਾਬੇ ਨਾਨਕ ਦਾ ਰੂਪ ਹੈ ਜਿਹੜਾ ਗੁਰਤਾ ਗੱਦੀ ਲੈ ਕੇ ਬੈਠੇ ਆ, ਗੁਰੂ ਅੰਗਦ ਦੇਵ। ਕਹਿੰਦੇ ਉਹਦੇ ਪਰਿਵਾਰ ਨੇ ਨਾਲ ਲਿਆ, ਗੁਰੂ ਅੰਗਦ ਦੇਵ ਜੀ ਕੋਲ ਆ ਕੇ ਬੇਨਤੀ ਕੀਤੀ, ਪਾਤਸ਼ਾਹ ਬੱਚੇ ਨੂੰ ਠੀਕ ਕਰੋ। ਕਿਉਂ ਭਾਈ? ਮਹਾਰਾਜ ਇਸ ਨੂੰ ਨਾ ਮਿਰਗੀ ਦੇ ਦੌਰੇ ਬਹੁਤ ਪੈਂਦੇ, ਦੌਰਾ ਪੈਂਦਾ, ਘੁੰਡ ਮੁੜ ਜਾਂਦੇ ਆ, ਬਸ ਮੌਤ ਦੇ ਨੇੜੇ ਹੀ ਮੁੜਦਾ। ਪਾਤਸ਼ਾਹ ਕਹਿੰਦੇ ਗੱਲ ਕਰਨੀ ਪਊਗੀ, ਠੀਕ ਤਾਂ ਹੋ ਜਾਊਗਾ। ਕਹਿੰਦੇ ਦੱਸੋ? ਕਹਿੰਦੇ ਸਾਡੀ ਸਿੱਖੀ ਧਾਰਨ ਕਰਨੀ ਪੈਣੀ ਹੈ। ਅੱਜ ਤੋਂ ਬਾਅਦ ਸ਼ਰਾਬ ਮਾਸ ਆਦਿ ਇਹਨਾਂ ਵਿਸ਼ੇ ਵਿਕਾਰਾਂ ਨੂੰ ਛੱਡਣਾ ਪੈਣਾ। ਜੇ ਸਾਡੀ ਸਿੱਖੀ ਧਾਰਨ ਕਰ ਲਵੇ, ਇਹਦੀ ਮਿਰਗੀ ਅਸੀਂ ਰੱਖ ਲਾਂਗੇ। ਕਹੋ ਸਤਿਨਾਮ। ਹੁਣ ਉਸ ਵੇਲੇ ਬੜਾ ਦੁਖੀ ਸੀ, ਫਸਿਆ ਹੋਇਆ ਸੀਗਾ। ਕਹਿੰਦਾ ਜੀ ਜੋ ਕਹੋਗੇ ਉਵੇਂ ਕਰੂੰਗਾ। ਕਹਿੰਦੇ ਠੀਕ ਹੈ, ਤੂੰ ਗੁਰੂ ਨਾਨਕ ਦੀ ਸਿੱਖੀ ਲੈ ਜਾ, ਅਸੀਂ ਤੇਰੀ ਮਿਰਗੀ ਰੱਖ ਲੈਂਦੇ, ਅੱਜ ਤੋਂ ਦੌਰਾ ਨਹੀਂ ਪਊਗਾ, ਪਰ ਸ਼ਰਾਬ ਨਾ ਪੀ, ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚੀ, ਨਸ਼ਿਆਂ ਤੋਂ ਬਚੀ। ਕਹਿਣ ਲੱਗਿਆ ਜੀ ਠੀਕ ਹੈ, ਨਹੀਂ ਪੀਂਦਾ। ਕਈ ਸਾਲ ਟੱਪ ਗਏ ਗੁਰੂ ਪਿਆਰਿਓ, ਦੌਰਾ ਹੀ ਨਹੀਂ ਪਿਆ ਮੁੜ ਕੇ ਉਸ ਨੂੰ। ਇੱਕ ਦਿਨ ਆਹ ਸਾਉਣ ਦਾ ਮਹੀਨਾ, ਬਰੀਕ ਜਿਹਾ ਮੀਂਹ ਪਵੇ, ਤੇ ਉਹਦੇ ਜਿਹੜੇ ਪੁਰਾਣੇ ਪਿਆਲੇ ਦੇ ਮਿੱਤਰ ਸੀ ਘੇਰ ਲਿਆ। ਉਹ ਕਹਿੰਦੇ ਆ ਚੱਲੀਏ ਖਹਿਰਿਆ। ਕਿਉਂ? ਆ ਜਾ ਘੁੱਟ ਘੁੱਟ ਲਾਈਏ, ਕਿੰਨਾ ਵਧੀਆ ਮਾਹੌਲ ਆ। ਕਹਿੰਦੇ ਨਹੀਂ ਯਾਰ, ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਉਹ ਕਹਿੰਦੇ ਛੱਡ, ਹੁਣ ਤਾਂ ਕਿੰਨੇ ਸਾਲ ਹੋ ਗਏ ਦੌਰਾ ਪਿਆ ਹੀ ਨਹੀਂ, ਹੁਣ ਤੇਰੀ ਬਿਮਾਰੀ ਖਤਮ ਹੋ ਗਈ ਲੱਗਦੀ ਆ। ਕਹਿੰਦਾ ਨਹੀਂ, ਪਰ ਗੱਲ ਮੁਕਾਓ ਕੇ ਧੱਕੇ ਨਾਲ ਉਹ ਲੈ ਗਏ ਤੇ ਪੀਂਦਿਆਂ ਉਹਨੂੰ ਵੀ ਗਲਾਸ 'ਚ ਪਾਤੀ ਤੇ ਪੀ ਗਿਆ। ਹੋਰ ਪਾਤੀ, ਹੋਰ ਪੀ ਗਿਆ। ਇੱਕ ਵਾਰੀ ਟੱਪ ਜੇ ਗੱਲ ਵਿੱਚ ਦੀ, ਫਿਰ ਉਹ ਆਪੇ ਮੰਗੀ ਜਾਂਦਾ, ਆਊਟ ਹੋ ਗਿਆ ਪੂਰਾ। ਉਹਨੂੰ ਕਹਿੰਦੇ ਐਂ ਕਰ ਖਹਿਰਿਆ ਹੁਣ ਤੂੰ, ਕਿਉਂਕਿ ਪਿਆਲੇ ਦੇ ਮਿੱਤਰ ਕਹਿੰਦੇ ਆ ਵੀ ਜੇ ਪੀਂਦਾ ਹੋਊਗਾ ਤੇ ਸਾਨੂੰ ਵੀ ਲਿਆ ਕੇ ਪਿਆਊਗਾ, ਤਾਈਏ ਫਿਰ ਵੱਧ ਤੋਂ ਵੱਧ ਆਪਣੇ ਗਾਹਕ ਵਧਾਉਂਦੇ ਆ ਉਹ। ਕਹਿੰਦੇ ਐਂ ਕਰ ਕੋਠੇ ਤੇ ਚੜ੍ਹ ਕੇ ਰੌਲਾ ਪਾ ਦੇ, ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ, ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ, ਵੀ ਇਹਨੂੰ ਦੁਬਾਰਾ ਫਿਰ ਆਪਣੇ ਪਿਆਲੇ ਦਾ ਮਿੱਤਰ ਬਣਾਈਏ। ਉਹਨੇ ਕੋਠੇ ਚੜ੍ਹ ਕੇ ਕਹਿਣਾ ਸ਼ੁਰੂ ਕਰਤਾ, ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ। ਉਹ ਕਹਿੰਦੇ ਗਲੀ 'ਚੋਂ ਕੋਈ ਸਿੱਖ ਲੰਘਦਾ ਸੀ, ਲਿਖਿਆ ਇਹ ਵੀ ਹੈ ਕਿ ਗੁਰੂ ਅੰਗਦ ਦੇਵ ਜੀ ਵੀ ਕੋਠੇ 'ਤੇ ਫਿਰਦੇ ਸੀ ਉਸ ਵੇਲੇ, ਉਹਨਾਂ ਨੇ ਵੀ ਸੁਣ ਲਿਆ। ਜਾਂ ਕਿਸੇ ਸਿੱਖ ਨੇ ਜਾ ਕੇ ਦੱਸ ਦਿੱਤਾ, ਕਹਿੰਦੇ ਜੀ ਫਲਾਨਾ ਖਹਿਰਾ, ਆਹੋ ਜਿਹਦੀ ਮਿਰਗੀ ਹਟਾਈ ਸੀ 5-6 ਸਾਲ ਹੋ ਗਏ, ਹਾਂ ਮਰ ਜੋ ਕੋਠੇ 'ਤੇ ਚੜ੍ਹਿਆ ਹੋਇਆ, ਸ਼ਰਾਬੀ ਹੋਇਆ, ਆਊਟ ਹੋਇਆ।
ਤੇ ਕਈ ਜਾਂਦਾ ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ। ਅੱਛਾ ਭਾਈ, ਚੱਲ ਕੋਈ ਨਹੀਂ, ਜੇ ਉਹਨੇ ਗੁਰੂ ਨਾਨਕ ਦੀ ਸਿੱਖੀ ਛੱਡੀ ਆਪਾਂ ਉਹਦੀ ਮਿਰਗੀ ਛੱਡੀ। ਕਹੋ ਸਤਿਨਾਮ। ਇੱਧਰੋਂ ਗੱਲ ਕਹਿਣ ਦੀ ਦੇਰ ਸੀ, ਉੱਧਰੋਂ ਉਹਨੂੰ ਦੌਰਾ ਪੈ ਗਿਆ। ਕੋਠੇ ਤੇ ਖੜੇ ਨਾਲ ਦੀ ਨਾਲ ਦੌਰਾ ਪੈ ਗਿਆ, ਧੌਣ ਪਾਣੇ ਡਿੱਗਿਆ ਤੇ ਰਾਮ ਨਾਮ ਸੱਤਾ ਕੁੰਜੀ ਸੰਤਾਂ ਦੇ ਹੱਥ ਹੈ। ਕਹੋ ਸਤਿਨਾਮ। ਡਿੱਗ ਪਿਆ, ਧੌਣ ਟੁੱਟ ਗਈ, ਮਰ ਗਿਆ। ਮਰਨਾ ਹੀ ਸੀਗਾ, ਗੁਰੂ ਦੇ ਬਚਨ ਛੱਡੇ। ਤੇ ਆ 10ਵੇਂ ਪਾਤਸ਼ਾਹ ਵੀ ਤਾਂ ਉਹੀ ਬਚਨ ਕਹਿ ਰਹੇ ਹਨ ਕਿ ਜਿਹੜਾ ਮੇਰਾ ਸਿੱਖ ਹੋ ਕੇ ਜੋ ਦਾਨ ਪਰਬ ਕੋ ਮਾਨ, ਗੁਰ ਵਿਸ਼ਵਾਸੀ ਗੁਰੂ ਸਥਾਨ। ਕਹਿਣ ਲੱਗੇ ਜਿਹੜਾ ਮੇਰਾ ਸਿੱਖ ਹੈ, ਜੇ ਤੀਰਥ ਯਾਤਰਾ ਤੇ ਜਾਂਦਾ ਹੈ, ਉੱਥੇ ਜੇ ਕਿਸੇ ਲੋੜਵੰਦ ਨੂੰ ਭੁੱਖੇ ਨੂੰ ਰੋਟੀ ਹੈ, ਪਹਿਲਾਂ ਉਹਨੂੰ ਖਵਾ ਕੇ ਫਿਰ ਖਾਵੇ। ਅਤੇ ਮੇਰਾ ਸਿੱਖ ਜੋ ਹੈ, ਦੇਖੋ ਨਾਹੀ ਤੀਰਥਨ ਪਾਂਡੇ, ਕਰੇ ਭੀਖ ਬਨ ਆਵੇ ਆਡੇ। ਔਰ ਤੀਰਥਾਂ ਦੇ ਜਾ ਕੇ ਪਾਂਡੇ ਵੇਖੋਗੇ ਤਾਂ ਉੱਥੇ ਬਹੁਤ ਸਾਰੇ ਮੰਗਣ ਵਾਸਤੇ ਆਉਣਗੇ। ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ, ਉਹਨਾਂ ਤੇ ਭਰੋਸਾ ਨਹੀਂ ਕਰਨਾ। ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਮਾੜਾ ਨਹੀਂ, ਪਰ ਗੁਰੂ ਪਿਆਰਿਓ, ਇੱਥੇ ਕਿਸੇ ਦੇ ਨਾਲ ਸਮਾਂ ਜਾਣ ਦਾ ਲੱਗ ਗਿਆ ਹਰਿਦੁਆਰ ਇੱਕ ਵਾਰੀ, ਕਿਉਂਕਿ ਵੇਖਣਾ ਵੀ ਚਾਹੀਦਾ ਬੰਦੇ ਨੂੰ ਵੀ ਉੱਥੇ ਹੁੰਦਾ ਕੀ ਹੈ। ਕਿਉਂਕਿ ਸਹੁਰੇ ਜਿਹੜੇ ਸੀਗੇ ਉਸ ਪਾਸੇ ਨੂੰ ਜਾਂਦੇ ਸੀਗੇ, ਸੱਸ ਕਰਕੇ ਜਾਣਾ ਪਿਆ। ਤੇ ਬਸ ਫਿਰ ਉਹ ਕਹਿੰਦੇ ਵੀ ਆਪਣਾ ਬੁੜਾ ਵੀ ਉੱਥੇ ਹੈ, ਬੁੜੀ ਨੂੰ ਵੀ ਉੱਥੇ ਛੱਡ ਕੇ ਆਉਣਾ। ਮੈਂ ਤਾਂ ਬਹੁਤ ਕਿਹਾ ਵੀ ਨਾ ਜਾਓ, ਕੀਰਤਪੁਰ ਕੰਮ ਨਿਬੜ ਜੂਗਾ। ਕਹੋ ਸਤਿਨਾਮ। ਕਹਿੰਦੇ ਨਹੀਂ, ਸਾਡਾ ਬੁੜਾ ਉੱਥੇ ਗਿਆ, ਪਹਿਲਾਂ ਪੁਰਾਣੇ ਬੁੜੇ ਉੱਥੇ ਆ, ਫਿਰ ਇਕੱਲੀ ਰਹਿ ਜੂਗੀ। ਕਿਉਂ? ਬਾਹਮਣਾਂ ਨੇ ਕਰਮਕਾਂਡ ਬਣਾਏ ਹੋਏ ਹੈ ਤਾਂ ਕਿ ਸਾਡੇ ਕੋਲ ਆਉਂਦੇ ਰਹਿਣ। ਤੇ ਬਈਆਂ ਉਹਨਾਂ ਦੀਆਂ 2-2 ਮੀਟਰ ਲੰਮੀਆਂ ਬਲੇਟ ਕੇ ਰੱਖੀਆਂ ਹੋਈਆਂ। ਫਿਰ ਜਦੋਂ ਜਾਂਦੇ ਹੈ, ਬਸ ਫਿਰ ਸਾਰੇ ਨਿਕਲ ਕੇ ਖੁੱਡਾਂ 'ਚੋਂ ਬਾਹਰ ਆ ਜਾਂਦੇ ਹੈ, ਮਤਲਬ ਦੁਕਾਨਾਂ 'ਚੋਂ। ਕਿੱਥੋਂ ਆਇਆ ਜੀ? ਮੈਂ ਬਠਿੰਡੇ ਦੇ ਇਲਾਕੇ 'ਚੋਂ। ਅੱਛਾ, ਬਠਿੰਡੇ ਵਾਲੇ ਤਾਂ ਸਾਡੇ ਕੋਲ ਹੀ ਆਉਂਦੇ ਆ। ਕੀ ਗੋਤਰ ਹੈ ਜੀ? ਗੋਤਰ ਸਾਡਾ ਢੱਲੇ ਆ। ਉਹ ਢੱਲੇ? ਹਾਂ, ਮੈਂ ਢੱਲਿਆਂ ਦਾ ਹੀ ਪ੍ਰੋਟ ਹਾਂ। ਕਹੋ ਸਤਿਨਾਮ। ਆ ਜਾ, ਫਿਰ ਆ ਜਾ। ਆਹ ਤੁਹਾਡੇ ਫਲਾਨਾ ਬੁੜਾ, ਤੇਰਾ ਪੂਰਾ ਪਿਆਰਾ ਸਿੰਘ, ਦਾਦਾ ਬੂਟਾ ਸਿੰਘ। ਹਾਂਜੀ ਹਾਂਜੀ, ਉਹ ਸਾਡੇ ਕੋਲ ਆ ਤੁਹਾਡੀ ਸਾਰੀ ਹਿਸਟਰੀ। ਤੁਹਾਡਾ ਨਾਂ ਗਾਹਾਂ ਸਾਨੂੰ ਲਿਖਾ ਕੇ ਜਾਓ, ਕੱਲ ਨੂੰ ਲੋੜ ਪੈ ਜੇ ਸਾਡੇ ਕੋਲੋਂ ਹੀ ਮਿਲਣੀ ਆ। ਕਹੋ ਸਤਿਨਾਮ। ਬਸ ਫਿਰ ਉਹ ਫਸਾ ਲੈਂਦੇ ਹੈ। ਤੇ ਫਿਰ ਇੱਥੇ ਇੰਨਾ ਕੁ ਦਾਨ ਕਰੋ, ਇੱਥੇ ਇੰਨਾ ਦਾਨ ਕਰੋ, ਇੱਥੇ ਇੰਨਾ ਦਾਨ ਕਰੋ। ਔਰ ਲਗਭਗ ਲੋਕਾਂ ਨੂੰ ਸਿੱਖੀ 'ਚੋਂ ਪਤਿਤ ਕਰਨ ਵਾਸਤੇ ਉਹਨਾਂ ਨੇ ਇਹ ਵੀ ਕਰਮਕਾਂਡ ਚਲਾਇਆ ਹੈ ਬਈ ਜਿਹੜਾ ਵੱਡਾ ਪੁੱਤਰ ਹੈ ਉਹ ਆਪਣੇ ਜਿਹੜਾ ਹੈ ਘੋਣ ਮੋਣ ਹੋ ਕੇ ਜਾਵੇ, ਚੰਡ ਲਵਾ ਕੇ ਜਾਵੇ, ਝੰਡ ਕੇਸਾਂ ਨੂੰ ਕਟਾ ਕੇ ਜਾਵੇ। ਅੱਜ ਕੱਲ੍ਹ ਤਾਂ ਘੋਨੇ ਮੋਨੀ ਹੈ, ਚੱਲ ਕੋਈ ਫਰਕ ਨਹੀਂ ਪੈਂਦਾ, ਉਸ ਤਰ੍ਹਾਂ ਫਰਾਤੇ ਆ। ਪਹਿਲਾਂ ਕੇਸਾਂ ਨੂੰ ਵੀ ਕੱਟਿਆ ਜਾਂਦਾ, ਝੰਡ ਲਵਾ ਦਿੱਤੀ ਜਾਂਦੀ। ਜਿਹਨੂੰ ਇੱਕ ਵਾਰੀ ਕੇਸ ਕੱਟੇ ਗਏ ਮੁੜ ਕੇ ਉਹਨੂੰ ਸੁੱਖ ਪੈ ਜਾਂਦਾ। ਉੱਤੋਂ ਪਾਣੀ ਦੀ ਬਾਲਟੀ ਮਾਰੋ, ਥੱਲੇ ਤੱਕ ਆਏ ਆਨੰਦ ਆ ਜਾਂਦਾ, ਠੰਡ ਵਰਤ ਜਾਂਦੀ, ਫਿਰ ਉਹ ਕਿੱਥੇ ਕੇਸ ਰੱਖਦਾ ਦੁਬਾਰੇ। ਇਹ ਕਰਮਕਾਂਡ ਹਰਿਦੁਆਰ ਦੇ ਵਿੱਚ ਬਹੁਤ ਚੱਲਦੇ ਹੈ। ਇਸ ਕਰਕੇ ਬਾਬਾ ਜੀ ਕਹਿੰਦੇ ਤੀਰਥਾਂ ਤੇ ਜਾਓ ਤਾਂ ਇਹਨਾਂ ਪਾਂਡਿਆਂ ਦੇ ਚੱਕਰ 'ਚ ਨਹੀਂ ਪੈਣਾ। ਕਹੋ ਸਤਿਨਾਮ। ਇਹਨਾਂ ਤੋਂ ਬਚ ਕੇ ਰਹਿਣਾ ਹੈ। ਬਾਬਾ ਜੀ ਕਹਿੰਦੇ ਹਨ, ਦੇ ਜੋ ਦਾਨ ਪਰਬ ਕੋ ਮਾਨ। ਕਹਿੰਦੇ ਕਰਮਕਾਂਡੀ ਤਰ੍ਹਾਂ ਦਾਨ ਨਹੀਂ ਦੇਣਾਗਾ। ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਉਣਾ, ਜਿਵੇਂ ਹੁਣ ਕਰੋਨਾ ਦੀ ਬਿਮਾਰੀ ਚੱਲੀ ਹੈ ਔਰ ਗੁਰੂ ਘਰਾਂ ਦੇ ਵਿੱਚੋਂ ਲੰਗਰ ਬਣ ਕੇ ਜਾ ਰਹੇ ਆ, ਉੱਥੇ ਇਹ ਨਹੀਂ ਵੇਖਿਆ ਜਾ ਰਿਹਾ ਕਿਸੇ ਬ੍ਰਾਹਮਣ ਨੂੰ ਦਾਨ ਦੇਣਾ ਕਿ ਕਿਸੇ ਗਰੀਬ ਨੂੰ ਛਕਾ ਰਹੇ ਆ। ਉੱਥੇ ਲੋੜਵੰਦਾਂ ਦੀ ਮਦਦ ਕਰਨੀ ਹੈ। ਅੱਜ ਸਾਰੇ ਕਰ ਰਹੇ ਆ। ਕਹੋ ਸਤਿਨਾਮ। ਇਹ ਠੀਕ ਆ, ਪਰ ਇਹ ਜਾਣ ਕੇ ਬਈ ਅੱਜ ਵਸਿਆ, ਅੱਜ ਫਲਾਨਾ ਦਿਹਾੜਾ ਹੈ, ਅੱਜ ਦਾਨ ਕਰੀਏ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਾਰੀ ਇਸ਼ਨਾਨ। ਫਿਰ ਮਾਘੀ ਵਾਲੇ ਦਿਨ ਆ ਬਠਿੰਡੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਫਿਰ ਕਿੰਨੇ ਲੰਗਰ ਚੱਲਦੇ ਆ ਪੂਰੀਆਂ ਦੇ। ਇੱਥੋਂ ਖਾ ਕੇ ਆਇਆ ਹੁੰਨਾ, ਗਾਹ ਫੇਰ ਕੇ ਬਾਬਾ ਜੀ ਬਸ ਇੱਕ ਪੂਰੀ ਖਾ ਕੇ ਜਾਓ, ਪਿਛਲਿਆਂ ਨੇ 4-5 ਖਵਾਦੀਆਂ, 4-5 ਉਹਨੇ ਨਹੀਂ ਖਵਾ ਦੇਣੀਆਂ। ਇੱਕ ਦਿਨ ਤਾਂ ਲੰਗਰ ਲਾਤੇ ਸਾਰੇ ਬਠਿੰਡੇ ਨੇ, ਅਗਲੇ ਦਿਨ ਕੋਈ ਭੁੱਖਾ ਆ ਕੇ ਰੋਟੀ ਮੰਗ ਲੈ, ਜਾ ਜਾ ਬਾਬਾ ਪਕਾਉਣ ਵਾਲੀ ਹੈ ਨਹੀਂ ਇੱਥੇ। ਕਹੋ ਸਤਿਨਾਮ। ਹੁਣ ਦੂਜੇ ਦਿਨ ਕੀ ਹੋ ਗਿਆ? ਫਿਰ ਇਹ ਹੋ ਗਏ ਕਰਮਕਾਂਡ। ਲੋੜ ਪੈਣ ਤੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਬੜੀ ਚੰਗੀ ਗੱਲ ਹੈ, ਪਰ ਕਰਮਕਾਂਡ ਜਾਣ ਕੇ, ਤਿਥ ਤਿਉਹਾਰ ਜਾਣ ਕੇ ਵੀ ਅੱਜ ਦਾਨ ਕਰਨਾ ਬੜਾ ਚੰਗਾ ਹੈ। ਅੱਜ ਦਾਨ ਕਰੀਏ ਲਾਟਰੀ ਲੱਗ ਜੂਗੀ। ਇਹਨਾਂ ਚੀਜ਼ਾਂ ਨੂੰ ਸਿੱਖਾਂ ਨੇ, ਇਹਨਾਂ ਚੀਜ਼ਾਂ ਤੋਂ ਸਿੱਖਾਂ ਨੂੰ ਬਾਹਰ ਕੱਢਿਆ ਸਤਿਗੁਰਾਂ ਨੇ। ਦੇ ਜੋ ਦਾਨ ਪਰਬ ਕੋ ਮਾਨ, ਗੁਰ ਵਿਸ਼ਵਾਸੀ ਗੁਰੂ ਸਥਾਨ। ਕਹਿੰਦੇ ਗੁਰੂ ਤੇ ਭਰੋਸਾ ਰੱਖੋ, ਗੁਰੂ ਥਾਵਾਂ ਤੇ ਲੰਗਰ ਚਲਾਓ, ਪਰ ਇਹਨਾਂ ਕਰਮਕਾਂਡਾਂ ਦੇ ਵਿੱਚ ਨਾ ਪਵੋ। ਵੇਖੈ ਨਾਹੇ ਤੀਰਥਨ ਪਾਂਡੇ। ਤੀਰਥਾਂ ਤੇ ਜਾਓ ਤੇ ਉੱਥੇ ਪਾਂਡੇ ਬਹੁਤ ਫਿਰਦੇ ਹੋਣਗੇ।
ਉਹਨਾਂ ਦੇ ਵੱਲ ਦੇਖਣਾ ਵੀ ਨਹੀਂ। ਕਰੇ ਭੇਖ ਬਣੇ ਆਵੇਂ ਆਂਡੇ, ਉਹ ਬੜੇ ਭੇਖ ਧਾਰ ਕੇ ਤੁਹਾਡੇ ਵੱਲ ਆਉਣਗੇ ਤੁਹਾਨੂੰ ਲੁੱਟਣ ਲਈ। ਰਹੇ ਇਕਾਂਤ ਪ੍ਰੀਤ ਜਨ ਦੂਰ, ਮਮ ਵਿਚਾਰ ਸੋ ਨਿਤ ਭਰਪੂਰ। ਜਿਹੜਾ ਇਕਾਂਤ ਵਿੱਚ ਰਹਿੰਦਾ ਹੋਵੇ, ਮਹਾਂਪੁਰਸ਼ਾਂ ਦੇ ਨਾਲ ਪ੍ਰੀਤੀ ਕਰਦਾ ਹੋਵੇ, ਮੇਰੇ ਵਿਚਾਰ ਨੂੰ, ਮੇਰੇ ਗਿਆਨ ਨੂੰ, ਮੇਰੀ ਬਾਣੀ ਨੂੰ ਪੜ੍ਹਦਾ ਹੋਵੇ ਨਿਤ। ਸਿੱਖ ਭੁਗਵੇ ਮੇਰਾ ਸਿੱਖ, ਕੇਸ ਭੀਸਨੈ ਮੇਰੂ ਬ੍ਰਿਖ। ਇਹੋ ਜਿਹੇ ਨਾਮ ਜਪਣ ਵਾਲਿਆਂ ਦੀ ਸੇਵਾ ਕਰਿਆ ਕਰੋ, ਉਹਨਾਂ ਨੂੰ ਮੇਰਾ ਸਿੱਖ ਭੁਗਾਵੇ, ਉਹਨਾਂ ਦੀ ਸੇਵਾ ਕਰੇ। ਕੇਸਾਂ ਨੂੰ ਕੇਵਲ ਭੇਖਾ ਧਾਰੀ ਨਾ ਬਣੋ, ਕੇਸ ਧਾਰਨ ਕਰਕੇ ਗੁਰੂ ਦੀ ਮੱਤ ਵਿੱਚ ਚੱਲਣਾ ਕਰੋ ਜੀ। ਦੋਹਰਾ ਹੋਏ ਸਕੇਸ ਕੈ ਕੇਸ ਬਿਨਾ, ਮੇਰਾ ਹੋਏ ਨਿਸੰਗ। ਪਾਤਸ਼ਾਹ ਜੀ ਕਹਿੰਦੇ ਕੇਸਾ ਧਾਰੀ ਹੋਵੇ ਜਾਂ ਕੇਸ ਬਿਨ ਹੋਵੇ, ਪਰ ਮੇਰਾ ਹੋਵੇ। ਬਾਮਣ ਸੋਏ ਵਿਆਸ ਸਮ, ਦੇਵੇ ਦਾਨ ਉਮੰਗ। ਹੁਣ ਗੁਰੂ ਪਿਆਰਿਓ ਜੀ, ਆਪਾਂ ਸਿੰਧੀ ਲੋਕਾਂ ਨੂੰ ਵੇਖੀਏ ਨਾ, ਜਿਹੜੇ ਸਿੰਧ ਦੇ ਵਾਸੀ ਆ, ਸਿੰਧੀ ਲੋਕ ਇੱਧਰ ਵੀ ਆਏ ਹੋਏ ਨਾ। ਮੇਰੇ ਕਈ ਸਿੰਧੀ ਲੋਕਾਂ ਦੇ ਨਾਲ ਜਾਣ ਪਛਾਣ ਹੋਈ। ਉਹ ਭਾਵੇਂ ਸਿਰੋਂ ਮੋਨੇ ਨ, ਪਰ ਉਹ ਬਾਬੇ ਨਾਨਕ ਤੋਂ ਬਗੈਰ ਕਿਸੇ ਨੂੰ ਮੰਨਦੇ ਹੀ ਨਹੀਂ। ਕਹੋ ਸਤਨਾਮ। ਇਹ ਸਿੰਧੀ ਲੋਕ ਹੈ। ਇੱਕ ਸਿੰਧੀ ਬਜ਼ੁਰਗ ਨਾਲ ਗੱਲਬਾਤ ਹੋਈ, ਉਹ ਕਹਿਣ ਲੱਗਿਆ ਵੀ ਅਸੀਂ ਸਿੰਧ ਦੇ ਇਲਾਕੇ 'ਚੋਂ ਆਏ ਹਾਂ, ਬਾਬੇ ਨਾਨਕ ਦੇ ਇਲਾਕੇ 'ਚੋਂ। ਅਸੀਂ ਇੱਧਰ ਵੀ ਕੋਈ ਮੰਦਰ ਨਹੀਂ ਜਾਂਦੇ, ਕਿਸੇ ਪੀਰ ਫਕੀਰ ਨੂੰ ਨਹੀਂ ਮੰਨਦੇ, ਅਸੀਂ ਕਿਸੇ ਗੁੱਗੇ ਮੜੀ ਮਸਾਣੀ ਨੂੰ ਨਹੀਂ ਮੰਨਦੇ, ਗੁਰੂ ਘਰ ਨੂੰ ਹੀ ਮੰਨਦੇ ਹਾਂ। ਇੱਕ ਵਾਰੀ ਕਹਿੰਦਾ ਮੇਰੇ ਖੁਰਕ ਪੈ ਗਈ, ਮੈਨੂੰ ਕੋਈ ਬੰਦਾ ਕਹਿੰਦਾ ਫਲਾਣੇ ਥਾਂ ਆਹ ਕਰਿਆ ਤੇਰੀ ਖੁਰਕ ਅੜ ਜੂ, ਐ ਫਲਾਣੇ ਥਾਂ ਤੇ ਫਲਾਣੇ ਪੀਰਾਂ ਦੀ ਕਬਰਾਂ ਤੇ ਬੌਕਰ ਨੂਣ ਚੜ੍ਹਦਾ, ਉੱਥੇ ਜਾ ਕੇ ਚੜਾਇਆ ਤੇਰੀ ਖੁਰਕ ਅੜ ਜੂ। ਮੈਂ ਸੋਚਿਆ ਵੀ ਇਹ ਤਾਂ ਪੰਗਾ ਹੀ ਪੈ ਗਿਆ, ਜੇ ਮੈਂ ਉੱਥੇ ਚੜਾਇਆ ਤਾਂ ਮੈਂ ਗੁਰੂ ਤੋਂ ਦੂਰ ਹੋ ਗਿਆ। ਬੜੀ ਲੰਬੀ ਸੋਚ ਹੈ ਇਹ। ਕਹਿਣ ਲੱਗੇ ਮੈਂ ਕੀ ਸੋਚਿਆ, ਫਿਰ ਲਿਆ ਕੇ ਕਹਿੰਦੇ ਬੌਕਰ ਤੇ ਨੂਣ ਗੁਰਦੁਆਰੇ ਰੱਖਦੀ। ਕਹਿੰਦੇ ਬਾਪੂ ਆਹ ਗੱਲ ਆ, ਮੈਂ ਤਾਂ ਇੱਥੋਂ ਪਾਸੇ ਜਾਣਾ ਨਹੀਂ, ਤੇ ਇੱਥੋਂ ਵੱਡਾ ਵੈਦ ਕਿਹੜਾ ਹੈ। ਤੇ ਕਹਿੰਦਾ ਮੇਰੀ ਖੁਰਕ ਉੱਥੇ ਹੀ ਹਟ ਗਈ, ਮੈਨੂੰ ਫਿਰ ਕਿਸੇ ਮੜੀ ਮਸਾਣੀ ਤੇ ਜਾਣ ਦੀ, ਕਬਰ ਤੇ ਜਾਣ ਦੀ ਕੀ ਲੋੜ ਪਈ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ, ਜਿਹੜਾ ਮੈਥੋਂ ਬਾਹਰ ਨਹੀਂ ਜਾਂਦਾ, ਉਸ ਦੀ ਭਾਵੇਂ ਮਦਦ ਕਰੋ ਜੀ। ਕੰਨਿਆ ਦੇਵੇ ਸਿੱਖ ਕੋ, ਦੇਵੇ ਨੈ ਕਿਛ ਦਾਮ। ਜਿਹੜਾ ਮੇਰਾ ਸਿੱਖ ਹੈ, ਉਹ ਲੜਕੀ ਵਿਆਹੁਣ ਵੇਲੇ ਅੱਗੇ ਸਿੱਖ ਜ਼ਰੂਰ ਦੇਖੇ। ਆਪਣੀ ਲੜਕੀ ਸਿੱਖ ਦੇ ਘਰ ਵਿਆਹੇ, ਔਰ ਮੇਰਾ ਸਿੱਖ ਕਦੇ ਵੀ ਕੰਨਿਆਂ ਦਾ ਪੈਸਾ ਨਾ ਲਵੇ। ਕੋ ਸਤਨਾਮ ਸ੍ਰੀ। ਪੁਰਾਣੇ ਸਮਿਆਂ 'ਚ ਲੋਕ ਜਿਹੜੇ ਮਜਬੂਰ ਲੋਕ, ਜਿਨ੍ਹਾਂ ਦੀ ਲੜਕਿਆਂ ਦੇ ਵਿਆਹ ਨਹੀਂ ਸੀ ਹੁੰਦੇ, ਉਹ ਜਿਨ੍ਹਾਂ ਦੀ ਲੜਕੀ ਹੁੰਦੀ ਕਹਿੰਦੇ ਵੀ ਇੰਨੇ ਪੈਸੇ ਦੇ ਦਾਂਗੇ, ਸਾਡੇ ਮੁੰਡੇ ਨਾਲ ਵਿਆਹ ਕਰ ਦਿਓ ਕੁੜੀ ਦਾ, ਕਿਉਂਕਿ ਸਾਡੀ ਵੰਸ਼ ਚੱਲ ਜੂਗੀ ਅੱਗੇ, ਤੁਸੀਂ ਪੈਸੇ ਲੈ ਲਓ। ਬਹੁਤ ਸਾਰੇ ਗਰੀਬ ਲੋਕ ਲੈ ਵੀ ਲੈਂਦੇ ਸੀ। ਕੋ ਸਤਨਾਮ। ਪਰ ਪਾਤਸ਼ਾਹ ਜੀ ਨੇ ਸਿੱਖ ਨੂੰ ਕਿਹਾ, ਚਾਹੇ ਗਰੀਬੀ ਹੈ ਚਾਹੇ ਅਮੀਰੀ ਹੈ, ਕੰਨਿਆਂ ਦਾ ਪੈਸਾ ਨਹੀਂ ਲੈਣਾਗਾ, ਉਸ ਨੂੰ ਉਸੇ ਤਰ੍ਹਾਂ ਰੀਤੀ ਰਿਵਾਜ ਮੁਤਾਬਕ ਵਿਆਹ ਕਰਨਾ ਹੈ। ਔਰ ਵਿਆਹਣੀ ਵੀ ਕੋਨੇ ਮੋਨੇ ਨੂੰ ਨਹੀਂ, ਸਿੱਖ ਨੇ ਸਿੱਖ ਦੇ ਘਰ ਕੁੜੀ ਵਿਆਹਣੀ ਹੈ, ਲੜਕੀ ਵਿਆਹਣੀ ਹੈ। ਜਿਵੇਂ ਕੱਲ ਆਪਾਂ ਭਾਈ ਰੂਪ ਚੰਦ ਦੀ ਮਾਤਾ ਦੀ ਗੱਲ ਕੀਤੀ ਸੀ। ਕਹੋ ਸਤਨਾਮ। ਭਾਈ ਸੱਧੂ ਦੀ, ਬੀਬੀ ਬੀਰੋ ਦੀ, ਇਹ ਦੋਨੇ ਗੁਰੂ ਪਿਆਰਿਓ ਪਤੀ ਪਤਨੀ ਭਾਈ ਰੂਪੇ ਦੇ ਮਾਤਾ ਪਿਤਾ ਸੀ। ਔਰ ਇਹਨੇ ਬੱਚੀ ਨੇ ਬੇਨਤੀ ਕੀਤੀ ਤੇ ਉਹਦੇ ਘਰ ਵਾਲਾ ਵੀ ਸਰਬੇਲ ਛੱਡ ਕੇ ਗੁਰੂ ਕਾ ਸਿੰਘ ਸਜ ਗਿਆ ਸੀ। ਇਸ ਕਰਕੇ ਮੇਰਾ ਸਿੱਖ ਲੜਕੀ ਵਿਆਹੁਣ ਵੇਲੇ ਇਹ ਜ਼ਰੂਰ ਦੇਖੇ ਵੀ ਇੱਥੇ ਗੁਰਸਿੱਖੀ ਹੈ ਤਾਂ ਮੈਂ ਉੱਥੇ ਲੜਕੀ ਵਿਆਹਾਂ ਜੀ। ਕੋਈ ਮੇਰਾ ਸਿੱਖ ਹੈ, ਪਹੁੰਚੇ ਲੈ ਮਮ ਧਾਮ। ਔਰ ਉਹੀ ਮੇਰਾ ਸਿੱਖ ਹੈ, ਉਹ ਮੇਰੇ ਧਾਮ ਮੇਰੇ ਕੋਲ ਪਹੁੰਚੇਗਾ। ਸਰਵਰ ਗੋਗਾ ਪੀਰ ਜੇ, ਜੋਗੀ ਭੂਤਨਾ ਸੇਵ। ਮੇਰਾ ਸਿੱਖ ਸਰਵਰੀਆਂ ਨੂੰ, ਗੁੱਗਿਆਂ ਨੂੰ, ਪੀਰਾਂ ਨੂੰ, ਜੋਗੀਆਂ ਨੂੰ, ਭੂਤ ਪ੍ਰੇਤ ਕੱਢਣ ਵਾਲਿਆਂ ਨੂੰ, ਭੂਤ ਪ੍ਰੇਤ ਮੰਨਣ ਵਾਲਿਆਂ ਨੂੰ, ਦੇਵੀ ਦੇਵਤਿਆਂ ਨੂੰ ਨਾ ਮੰਨੇ। ਗੁਰ ਪੂਜੇ ਸਭ ਕਾਮ ਮੈਂ, ਪਹੁੰਚੇ ਮਮ ਕਰ ਏਵ। ਹਰ ਕੰਮ ਦੇ ਵਿੱਚ ਜਿਹੜਾ ਸਿੱਖ ਹੈ ਮੇਰੇ ਅੱਗੇ ਬੇਨਤੀ ਕਰੇ, ਗੁਰੂ ਅੱਗੇ ਬੇਨਤੀ ਕਰੇ, ਮੈਂ ਉਸ ਦੇ ਸਾਰੇ ਕਾਰਜ ਕਰਾਂਗਾ। ਜਪ ਆਨੰਦ ਬੜ ਜਪ ਨਿਤ, ਥੋੜਾ ਸਾਰਾ ਸਿੱਖ। ਤਾਂ ਸਿੱਖ ਜਿਹੜਾ ਮੇਰਾ ਹੈ, ਉਹ ਜਪਜੀ ਜਾਪ ਜਪੈ ਬਿਨ ਜੇਵੇ ਪ੍ਰਸ਼ਾਦ, ਨਿਤਨੇਮ ਕਰੇ ਤੋਂ ਬਗੈਰ ਛਕਣਾ ਕੁਝ ਨਹੀਂ। ਬਹੁਤ ਸਾਰੇ ਸਿੰਘਾਂ ਨੇ ਇਹ ਬਣਾਇਆ ਹੋਇਆ ਮਕਸਦ ਆਪਣਾ, ਬਈ ਪਹਿਲਾਂ ਬਾਣੀ ਪੜ੍ਹਨੀ ਹੈ ਫਿਰ ਕੁਝ ਖਾਣਾ ਹੈ। ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਵੱਧ ਤੋਂ ਵੱਧ ਭਜਨ ਕਰੇ, ਨਿਤਨੇਮ ਕਰੇ, ਜਪਜੀ ਸਾਹਿਬ, ਆਨੰਦ ਸਾਹਿਬ,
10ਵੇਂ ਪਾਤਸ਼ਾਹ ਜੀ ਕਹਿ ਰਹੇ ਹਨ, ਰਹਿ ਰਾਸ ਆਰਤੀ ਸ਼ਬਦ ਪੁਨ ਕੀਰਤਨ ਕਰੇ ਸੋ ਭਿਖ। ਔਰ ਰਹਿ ਰਾਸ ਆਰਤੀ ਸ਼ਬਦਾਂ ਦਾ ਕੀਰਤਨ ਆਦਿ ਜਿਹੜਾ ਮੇਰਾ ਸਿੱਖ ਕਰਦਾ ਹੈ। ਸਿੱਖ ਸਿੱਖ ਨੇ ਮਿਲ ਬਹਿ ਚਰਚਾ ਕਰੇ ਅਪਾਰ। ਜਦੋਂ ਪਰਿਵਾਰ ਇਕੱਠਾ ਹੋ ਕੇ ਬੈਠੇ ਤਾਂ ਗੁਰੂ ਦੀ ਗੱਲ ਕਰੇ। ਭਜਨ ਸਿਖਾਵੇ ਪੁੱਤਰ ਕੋ ਨਿਤ ਭਜ ਬਾਰੰਬਾਰ। ਆਪ ਹੀ ਭਜਨ ਕਰੇ, ਆਪਣੇ ਬੱਚਿਆਂ ਨੂੰ ਵੀ ਭਜਨ ਵਿੱਚ ਲਾਵੇ। ਖੈਰ ਬਹੁਤ ਵਿਚਾਰਾ ਹੋਰ ਵੀ ਆ, ਕੱਲ ਨੂੰ ਸਰਵਣ ਕਰਾਂਗੇ, ਸਮਾਂ ਸਮਾਪਤੀ ਤੇ ਆ। ਗੁਰੂ ਪਾਤਸ਼ਾਹ ਕਿਰਪਾ ਕਰਨ। ਜਦੋਂ ਚੌਥੇ ਪਾਤਸ਼ਾਹ ਜੀ ਦੇ ਕੋਲ ਸਿੱਖ ਆਉਂਦੇ ਸਨ ਤੇ ਉਹਨਾਂ ਨੂੰ ਗੁਰੂ ਸਾਹਿਬ ਜਿਹੜਾ ਹੈ ਉਹਨਾਂ ਦੇ ਬੱਚਿਆਂ ਨੂੰ ਆਪਣੇ ਕੋਲ ਮੰਗਾਉਂਦੇ ਤੇ ਨਾਲੇ ਬਚਨ ਕਰਦੇ ਵੀ ਤੁਸੀਂ ਵੀ ਸਿੱਖ ਬਣੋ, ਆਪਣੇ ਬੱਚਿਆਂ ਨੂੰ ਵੀ ਸਿੱਖ ਬਣਾਓ। ਤੇ ਅੱਜ ਆਪਾਂ ਵੀ ਸਿੱਖ ਬਣੀਏ, ਜਿਹੜੇ ਨਹੀਂ ਬਣੇ ਤੇ ਜਿਹੜੇ ਬਣੇ ਹੋਏ ਆਪਣੇ ਬੱਚਿਆਂ ਨੂੰ ਵੀ ਸਮਝਾ ਬੁਝਾ ਕੇ ਇਸ ਲਾਈਨ ਤੇ ਲੈ ਕੇ ਆਈਏ। ਬਹੁਤ ਬਹੁਤ ਧੰਨਵਾਦ ਜੀ ਨੇ ਹਾਜ਼ਰੀਆਂ ਲਵਾਈਆਂ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व पंजन गुणतास, हे संगी हे निरंकार, हे निर्गुण सब टेक, हे गोबिंद हे गुण निदान, जाके सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दासरो, निर्गुण गुण नहीं कोय, नानक दीजै नाम दान, परोए, आए प्रभ शरणागति, नित दयाल, एक अखर हर मन बसत, निहाल, एक अंकारा सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा, वाहिगुरु जी की फतेह।